ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਅਤੇ ਰੇਡੀਓ ਪੰਜਾਬ ਟੁਡੇ ਦੇ ਤਮਾਮ ਸਟਾਫ ਵੱਲੋਂ, ਸਰਦਾਰ ਬਖਤੌਰ ਸਿੰਘ ਢਿੱਲੋਂ, ਸਰਦਾਰ ਜਸਪੀਰ ਸਿੰਘ ਭੱਟੀ ਹੋਰਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 23 ਅਪ੍ਰੈਲ, ਸ਼ਾਮ ਦੇ 5:30 ਹੋਏ ਨੇ। ਪ੍ਰੋਗਰਾਮ ਸ਼ਮਾਦਾਨ ਲੈ ਕੇ ਹਾਜ਼ਰ ਹਾਂ ਜੀ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਅਤੇ ਦੇ ਲਿਸਨਰਸ ਵੱਲੋਂ, ਜਗਜੀਤ ਸਿੰਘ ਲੰਡਨ ਕੈਨੇਡਾ ਵੱਲੋਂ। ਤੁਸੀਂ ਵੀ ਜੇਕਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ 9780141741 'ਤੇ ਸੰਪਰਕ ਕਰ ਸਕਦੇ ਹੋ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀਆਂ ਅਹਿਮ ਖਬਰਾਂ ਤੋਂ। ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੇ ਲਈ ਸਾਬਕਾ ਫੌਜੀਆਂ ਨੂੰ ਅਨਾਜ ਮੰਡੀਆਂ ਦੇ ਵਿੱਚ ਤੈਨਾਤ ਕਰ ਦਿੱਤਾ ਗਿਆ। ਮੁੱਖ ਸਕੱਤਰ ਵਿਕਾਸ ਵਿਸ਼ਵਦੀਪ ਖੰਨਾ ਦੇ ਮੁਤਾਬਕ ਸੂਬਾ ਸਰਕਾਰ ਨੇ 3195 ਗਾਰਡੀਅਨਸ ਆਫ ਗਵਰਨੈਂਸ ਪ੍ਰਬੰਧਾਂ ਦੇ ਰਾਖਿਆਂ ਨੂੰ ਖਰੀਦ ਪ੍ਰਕਿਰਿਆ ਲਈ ਮੰਡੀ ਬੋਰਡ ਦੀ ਸਹਾਇਤਾ ਵਾਸਤੇ ਮੰਡੀਆਂ 'ਚ ਤੈਨਾਤ ਕੀਤਾ ਗਿਆ। ਜੀਓਜੀ ਸੂਬਾ ਭਰ ਦੀਆਂ ਕੋਈ 1683 ਮੰਡੀਆਂ ਦੇ ਵਿੱਚ ਚੱਲ ਰਹੇ ਖਰੀਦ ਕਾਰਜਾਂ ਦੀ ਨਿਗਰਾਨੀ ਕਰਨਗੇ। ਵਧੀਕ ਸਕੱਤਰ ਨੇ ਦੱਸਿਆ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਸਿਹਤ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਖਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਤੋਂ ਇਲਾਵਾ ਟ੍ਰੈਫਿਕ ਦੀ ਨਿਗਰਾਨੀ ਦਾ ਔਖਾ ਕਾਰਜ ਨਿਪਟਾਉਣ ਲਈ ਇਹਨਾਂ ਸਾਬਕਾ ਫੌਜੀਆਂ ਨੂੰ ਲਾਇਆ ਗਿਆ। ਪਿੰਡ ਮੌੜ 9 ਆਬਾਦ ਵਿਖੇ ਬਣੀ ਵਿਦਿਅਕ ਸੰਸਥਾ ਦੀ ਇਮਾਰਤ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਕੀਤੇ ਜਾ ਰਹੇ ਇਕਾਂਤਵਾਸ ਲਈ ਵਰਤੋਂ 'ਚ ਲਿਆਉਣ ਵਾਸਤੇ ਆਪਣੀ ਇਮਾਰਤ ਵਰਤੇ ਜਾਣ ਦੀ ਪੇਸ਼ਕਸ਼ ਕਰਦਿਆਂ ਸੰਸਥਾ ਦੇ ਡਾਇਰੈਕਟਰ ਹਰਿੰਦਰ ਸਿੰਘ ਧਾਰੀਵਾਲ ਨੇ ਕਿਹਾ ਕਿ ਸਕੂਲਾਂ ਵਿੱਚ ਛੁੱਟੀਆਂ ਹੋਣ ਅਤੇ ਸਰਕਾਰ ਵੱਲੋਂ ਸਕੂਲ ਬੰਦ ਰੱਖੇ ਜਾਣ ਦੇ ਹੁਕਮਾਂ ਅਧੀਨ ਉਹਨਾਂ ਦੀ 2 ਮੰਜ਼ਿਲਾ ਸਕੂਲ ਬਿਲਡਿੰਗ ਖਾਲੀ ਪਈ ਹੈ। ਜੇਕਰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਤਾਂ ਬਿਲਡਿੰਗ ਆਈਸੋਲੇਸ਼ਨ ਵਾਰਡ ਵਾਸਤੇ ਵਰਤ ਸਕਦੀ ਹੈ। ਪਠਾਨਕੋਟ ਦੇ ਸ਼ਹਿਰ ਮੁਹੱਲਾ ਆਨੰਦਪੁਰ ਰੜਾ ਨਿਵਾਸੀ ਵਿਅਕਤੀ ਜੋ ਕਿ ਕਰੋਨਾ ਪੋਜ਼ੀਟਿਵ ਪਾਇਆ ਗਿਆ ਸੀ, ਉਸ ਦੀ ਕੁਆਰੰਟਾਈਨ ਸਮਾਂ ਪੂਰਾ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਪਹਿਲੇ ਚਰਨ ਲਈ ਸੈਂਪਲ ਲੈ ਕੇ ਭੇਜੇ ਗਏ ਸਨ, ਜਿਸ ਦੀ ਰਿਪੋਰਟ ਮੁੜ ਤੋਂ ਪੋਜ਼ੀਟਿਵ ਆਈ ਹੈ। ਇਸ ਸੰਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਭੁਪਿੰਦਰ ਸਿੰਘ ਮੁਤਾਬਕ ਇਸ ਵਿਅਕਤੀ ਦੀ ਰਿਪੋਰਟ ਪੋਜ਼ੀਟਿਵ ਆਉਣ ਤੋਂ ਫਿਰ ਇਸ ਨੂੰ ਇਕਾਂਤਵਾਸ 'ਚ ਰੱਖਿਆ ਜਾਏਗਾ। ਇੱਕ ਨਿੱਜੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਖਿਲਾਫ ਹਬੋਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਥਾਣਾ ਸਿਟੀ 2 ਨਵੀਂ ਸੂਰਜ ਨਗਰੀ ਨਿਵਾਸੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਫਰੀਡਮ ਫਾਈਟਰ ਦੇ ਸੈੱਲ ਦੇ ਚੇਅਰਮੈਨ ਹਰਮਿੰਦਰ ਗਰੋਵਰ ਪੁੱਤਰ ਸੌਦਾਗਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਅਰਨਬ ਗੋਸਵਾਮੀ ਵੱਲੋਂ ਆਪਣੇ ਟੀਵੀ ਚੈਨਲ ਤੇ ਇੱਕ ਪ੍ਰੋਗਰਾਮ ਦੌਰਾਨ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ। ਇਸ ਸੰਬੰਧੀ ਨਗਰ ਥਾਣਾ ਨੰਬਰ 2 ਵਿਖੇ ਅਰਨਬ ਗੋਸਵਾਮੀ ਧਾਰਾ 153, 153B, 295A, 504, 506 IT ਦੀ ਧਾਰਾ 67 ਤਹਿਤ ਮੁਕੱਦਮਾ ਨੰਬਰ 63 ਦਰਜ ਕਰ ਲਿਆ ਗਿਆ। ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਸਬ ਡਿਵੀਜ਼ਨ ਪਾਤਰ ਨਾਲ ਸੰਬੰਧਿਤ ਹਰਿਆਣਾ ਪੰਜਾਬ ਬਾਰਡਰ ਉੱਤੇ ਇੰਟਰਸਟੇਟ ਨਾਕਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਤੇ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆੜ ਵੱਲੋਂ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਭੱਠਾ ਮਾਲਕਾਂ ਨੂੰ ਇੱਟਾਂ ਸਪਲਾਈ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਲ੍ਹਾ ਸੰਗਰੂਰ 'ਚ ਅੱਜ ਸੁਖਤ ਖਬਰ ਆਈ ਹੈ, ਜਿੱਥੇ ਪਹਿਲੇ ਕਰੋਨਾ ਮਰੀਜ਼ ਜੋ ਲਾਗਲੇ ਪਿੰਡ ਗਗੜਪੁਰ ਦਾ ਰਹਿਣ ਵਾਲਾ ਸੀ ਦਾ ਦੂਜਾ ਟੈਸਟ ਵੀ ਨੈਗੇਟਿਵ ਆਇਆ, ਜਦਕਿ ਦੂਜੇ ਮਰੀਜ਼ ਜੋ ਪਿੰਡ ਦਹਲੀਜ਼ ਕਲਾਂ ਅਹਿਮਦਗੜ੍ਹ ਦਾ ਹੈ, ਪਹਿਲਾ ਟੈਸਟ ਨੈਗੇਟਿਵ ਆਇਆ ਤੇ ਕਾਬਲੇ ਗੌਰ ਹੈ 3 ਮਰੀਜ਼ ਕਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਵਿੱਚ ਜੇਰੇ ਇਲਾਜ। ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਪੰਜਾਬ ਜਿੱਥੇ ਪ੍ਰਾਈਵੇਟ ਅਦਾਰੇ, ਸੰਸਥਾਵਾਂ, ਦੁਕਾਨਾਂ ਸਾਰੀਆਂ ਦੇ ਕੰਮ ਬੰਦ ਹੋਏ ਨੇ, ਉੱਥੇ ਸਰਕਾਰੀ ਨਿਰਮਾਣ ਕਾਰਜ ਵੀ ਮੁਕੰਮਲ ਬੰਦ ਕਰ ਦਿੱਤੇ ਗਏ ਸਨ। ਪਰ ਬਟਾਲਾ ਦੀ ਹੰਸਲੀ ਨਾਲੇ ਦੇ ਪੁਲ ਉੱਪਰ ਬਣ ਰਿਹਾ ਪੁਲ ਤੋਂ ਇਲਾਵਾ ਕੰਕਰੀਟ ਨਾਲ ਬਣ ਰਹੀਆਂ ਅੰਦਰੂਨੀ ਸੜਕਾਂ ਦੇ ਨਿਰਮਾਣ ਲਈ ਪਿਛਲੇ ਮਹੀਨੇ ਲਾਕਡਾਊਨ ਦੇ ਦਿਨ ਪੂਰੇ ਬੰਦ ਸੀ। ਹੁਣ ਇਹ ਕੰਮ 'ਚ ਲੱਗੇ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਰਾਜਾ ਸਾਂਸੀ ਤੋਂ ਖਬਰ ਆ ਰਹੀ ਹੈ, ਜਿੱਥੇ ਬ੍ਰਿਟਿਸ਼ ਸਰਕਾਰ ਵੱਲੋਂ ਲਗਾਤਾਰ ਹਵਾਈ ਉਡਾਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਇਸੇ ਲੜੀ ਤਹਿਤ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ 7ਵੀਂ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ 269 ਯਾਤਰੀ ਲੈ ਕੇ ਬਰਤਾਨੀਆ ਨੂੰ ਰਵਾਨਾ ਹੋਈ। ਤੇ ਹੁਣ ਖਬਰਾਂ ਦੇ ਉੱਤੇ ਅੱਗੇ ਚਰਚਾ ਕਰਨ ਦੇ ਲਈ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਸਟੂਡੀਓ 'ਚ ਪਹੁੰਚ ਗਏ ਨੇ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਢਿੱਲੋਂ ਸਾਹਿਬ, ਬੜੇ ਹੈਰਾਨੀ ਹੁੰਦੀ ਹੈ ਕਈ ਵਾਰੀ। ਦੇਖੋ, ਕਰੋਨਾ ਦੇ ਵਿੱਚ ਕਿੰਨੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ, ਬੜਾ ਕੁਛ ਹੈ, ਹਰ ਕੋਈ ਅੱਗੇ ਆ ਰਿਹਾ। ਕਈ ਬੰਦੇ ਤਾਂ ਜਮਾਂ ਹੀ ਚੁੱਪ ਕਰ ਜਾਂਦੇ ਨੇ, ਜਿਹੜੇ ਹਰ ਵਕਤ ਬਿਆਨ ਤੇ ਦਰ ਬਿਆਨ, ਅੱਗ ਫੂਕੂ ਬਿਆਨ ਕਿ ਉਹ ਦੇਸ਼ ਤੋਂ ਵਧੀਆ ਉਹ ਪੈਰੋਕਾਰ ਉਹਨਾਂ ਦੇ ਹੈ ਹੀ ਨਹੀਂ, ਉਹ ਦੇਸੀ ਨਹੀਂ ਰਹੇ। ਦੇਖੋ, ਕਈ ਹਾਲਾਤ ਕਈ ਵਾਰੀ ਇਹੋ ਜਿਹੇ ਬਣ ਜਾਂਦੇ ਹੈ ਜੀ। ਕਿ ਜਿਨ੍ਹਾਂ ਨੂੰ ਆਪ ਪੜ੍ਹਨ ਸਿਖਾਇਆ ਹੁੰਦਾ ਹੈ, ਫਿਰ ਉਹਨਾਂ ਨੂੰ ਮੋੜਾ ਕੱਟਣ ਲਈ ਵੀ ਮਜਬੂਰ ਹੋਣਾ ਪੈ ਜਾਂਦਾ ਹੈ। ਜੀ। ਮੋੜਾ ਦੋ ਕਿਸਮ ਦਾ ਹੁੰਦਾ ਹੈ। ਇੱਕ ਮੋੜਾ ਹੁੰਦਾ ਵੀ ਮਰਜ਼ੀ ਨਾਲ, ਤੇ ਇੱਕ ਮੋੜਾ ਹੁੰਦਾ ਜਦੋਂ ਬਾਂਹ ਨੂੰ ਮਰੋੜਾ ਦਿੱਤਾ ਜਾਵੇ। ਜੀ। ਤੁਸੀਂ ਯਾਦ ਕਰੋ, ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਸ਼ਬਦ ਕੋਈ ਬਾਹਲੇ ਪੁਰਾਣੇ ਨਹੀਂ। ਥੋੜਾ ਸਮਾਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਕਿ ਕੱਪੜਿਆਂ ਤੋਂ ਪਛਾਣ ਹੋ ਜਾਂਦੀ ਹੁੰਦੀ ਹੈ। ਹਾਂਜੀ, ਕਿਹਾ ਸੀ। ਯਾਦ ਆ ਨਾ? ਬਿਲਕੁਲ। ਕੱਪੜੇ ਕਿਹੋ ਜਿਹੇ ਪਾਏ ਜਾਂਦੇ? ਮੇਰਾ ਖਿਆਲ ਹੈ ਵੀ ਆਪਾਂ ਕੱਪੜੇ ਪਾਉਣੇ, ਸਾਡੀ ਪਛਾਣ ਸਾਡੀ ਦਸਤਾਰ ਤੋਂ ਹੁੰਦੀ ਹੈ। ਮੁਸਲਮਾਨਾਂ ਦੀ ਪਛਾਣ ਜਿਹੜੀ ਹੈ ਸਕਲ ਕੈਪ ਤੋਂ ਹੁੰਦੀ ਹੈ, ਜਿਹੜੀ ਉਹਨਾਂ ਦੇ ਸਿਰ ਤੇ ਪਾਈ ਹੁੰਦੀ ਹੈ। ਜੀ। ਬਾਕੀ ਸਾਰੇ ਲੋਕ ਹੈ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਜੈਨੀ ਹੈ, ਚਾਹੇ ਉਹ ਬੋਧੀ ਹੈ। ਜੀ। ਉਹ ਬੋਧੀਆਂ ਦਾ ਚਲੋ ਹੈ ਥੋੜਾ ਬਹੁਤਾ, ਜੈਨੀਆਂ ਦਾ ਵੀ ਜਿਹੜਾ ਉਹਨਾਂ ਦੇ ਸਾਧੂ ਹੈ ਉਹਨਾਂ ਦਾ ਪਤਾ ਲੱਗਦਾ, ਜਿਹੜੇ ਆਮ ਲੋਕ ਆ ਉਹਨਾਂ ਦਾ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਕੱਪੜੇ ਕੀ ਹੈ। ਜੀ। ਸੋ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਉਹਦਾ ਟਾਰਗੇਟ ਕੀਤਾ ਸੀ, ਉਹ ਕਿਹਨੂੰ ਕੀਤਾ ਸੀ? ਮੁਸਲਮਾਨਾਂ ਨੂੰ ਕੀਤਾ ਸੀ। ਦੂਜਾ, RSS ਭਾਰਤੀ ਜਨਤਾ ਪਾਰਟੀ ਦਾ ਇੱਕ ਸੈੱਲ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ IT ਸੈੱਲ। ਜੀ। ਉਸ IT ਸੈੱਲ ਤੋਂ 24 ਘੰਟੇ ਜ਼ਹਿਰ ਹੀ ਤਿਆਰ ਕੀਤਾ ਜਾਂਦਾ ਹੈ ਤੇ ਤਕਸੀਮ ਕੀਤਾ ਜਾਂਦਾ ਹੈ। ਜੇ ਆਪਾਂ ਦੇਖੀਏ ਤਾਂ ਜਿਹੜੀ WhatsApp ਲਾਇਬ੍ਰੇਰੀ ਹੈ, ਇਹਦੀ ਐਨ ਰੱਜ ਕੇ ਜਿਹੜੀ ਹੈ ਦੁਰਵਰਤੋਂ ਕੀਤੀ ਜਾਂਦੀ ਹੈ। ਤੇ ਜਦੋਂ ਅਸੀਂ ਕਈ ਵਾਰੀ ਸਰਹੱਦਾਂ ਪਾਰ ਕਰ ਜਾਂਦੇ ਹਾਂ, ਜੀ, ਉਦੋਂ ਅਸੀਂ ਭੁੱਲ ਜਾਂਦੇ ਹਾਂ ਕਿ ਸਥਿਤੀ ਕੁਝ ਹੋਰ ਹੈ। ਇਸ ਵੇਲੇ ਤੁਹਾਨੂੰ ਪਤਾ ਵੀ ਭਾਰਤ ਦਾ ਬਹੁਤਾ ਦਾਰੋਮਦਾਰ ਜਿਹੜਾ ਹੈਗਾ, ਸਾਡੇ ਚਲੋ ਆਪਣੇ ਜਿਹੜੇ ਸਾਧਨ ਉਹ ਤਾਂ ਹੈ ਹੀ ਹੈ, ਜ਼ਿਆਦਾਤਰ ਸਾਡਾ ਦਾਰੋਮਦਾਰ ਜਿਹੜਾ ਹੈਗਾ ਉਹ ਫੋਰਨ ਕਰੰਸੀ ਤੇ ਹੈ। ਜੀ। ਹੁਣ ਇਸ ਵੇਲੇ ਵੀ ਭਾਰਤ ਦੇ ਕੋਲੇ ਫੋਰਨ ਕਰੰਸੀ ਬਹੁਤ ਜ਼ਿਆਦਾ ਪਈ ਹੈ। ਜੀ। ਸੰਕਟ ਦੇ ਇਸ ਦੌਰ ਦੇ ਵਿੱਚ ਉਹ ਫੋਰਨ ਕਰੰਸੀ ਸਾਨੂੰ ਠੁਮਣਾ ਦੇ ਸਕਦੀ ਹੈ। ਪਰ ਇਹ ਫੋਰਨ ਕਰੰਸੀ ਆਉਂਦੀ ਕਿੱਥੋਂ ਹੈ? ਇਹ ਦੇਖਣ ਵਾਲੀ ਗੱਲ ਹੈ। ਇਹ ਸਾਰੀ ਦੀ ਸਾਰੀ ਜਿਹੜੀ ਆਉਂਦੀ ਹੈ, ਜੇ ਆਪਾਂ ਦੇਖੀਏ ਪੁਰਾਣੇ ਗਦਰੀ ਬਾਬਿਆਂ ਤੋਂ ਲੈ ਕੇ ਹੁਣ ਤੱਕ, ਪਹਿਲਾਂ ਸਾਡੇ ਲੋਕਾਂ ਦਾ ਰੁਝਾਨ ਚੱਲਦਾ ਸੀ ਅਮਰੀਕਾ, ਕੈਨੇਡਾ, ਇੰਗਲੈਂਡ, ਉਸ ਪਾਸੇ ਨੂੰ, ਜਾਂ ਜਿੱਥੇ ਜਿੱਥੇ ਇੰਗਲੈਂਡ ਦੀਆਂ ਕੰਪਨੀਆਂ ਹੁੰਦੀਆਂ ਸੀ, ਸਾਡੇ ਲੋਕ ਉੱਥੇ ਨੌਕਰੀਆਂ ਕਰਨ ਜਾਂਦੇ ਹੁੰਦੇ ਸੀ। ਜੀ। ਹੌਲੀ ਹੌਲੀ ਫਿਰ ਸਾਡੇ ਇਸ ਖਿੱਤੇ ਦੇ ਵਿੱਚ ਆ ਕੇ ਜਦੋਂ ਪਤਾ ਲੱਗਿਆ ਕਿ ਇੱਕ UAE ਹੈ, ਜਿਹੜੇ ਇਹ ਦੇਸ਼ ਆ ਗਏ ਜਿਨ੍ਹਾਂ ਨੂੰ ਅਸੀਂ ਗਲਫ ਦੇ ਦੇਸ਼ ਵੀ ਕਹਿ ਦਿੰਦੇ ਹਾਂ, ਖਾੜੀ ਦੇਸ਼ ਵੀ ਕਹਿ ਦਿੰਦੇ ਹਾਂ, ਅਬੂ ਧਾਬੀ ਵੀ ਕਹਿ ਦਿੰਦੇ ਹਾਂ, ਦੁਬਈ ਵੀ ਕਹਿ ਦਿੰਦੇ ਹਾਂ, ਬੜਾ ਕੁਛ ਕਹਿ ਦਿੰਦੇ ਹਾਂ। ਇਹਨਾਂ ਵਾਸਤੇ ਅਲੱਗ-ਅਲੱਗ ਜਿਹੜੇ ਹੈਗੇ ਆ, ਲੋੜ ਮੁਤਾਬਕ ਆਪਾਂ ਉਹਨਾਂ ਦਾ ਨਾਂ ਇਸਤੇਮਾਲ ਕਰ ਲੈਂਦੇ, ਲੇਕਿਨ ਉਹ UAE ਹੈ। ਇੱਥੇ ਵੀ ਸਾਡੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਰੁਜ਼ਗਾਰ ਵਾਸਤੇ ਜਾਂਦੇ ਆ। ਜੀ। ਖਾਸ ਕਰਕੇ ਜੇ ਅਸੀਂ ਦੇਖੀਏ ਤਾਂ ਦੱਖਣੀ ਭਾਰਤ ਦੇ ਲੋਕ ਵੱਡੀ ਪੱਧਰ ਦੇ ਉੱਤੇ ਇੱਥੇ ਜਾਂਦੇ ਆ, ਖਾਸ ਕਰਕੇ ਜਿਹੜੇ ਮੈਡੀਕਲ ਨਾਲ ਸੰਬੰਧਿਤ ਹੈ, ਨਰਸਿੰਗ ਵਗੈਰਾ ਵਗੈਰਾ। ਸਾਡੇ ਪੰਜਾਬ ਵਾਲੇ ਪਾਸੇ ਤੋਂ ਜਾਂ ਉੱਤਰੀ ਭਾਰਤ ਤੋਂ ਅਸੀਂ ਦੇਖੀਏ ਤਾਂ ਸਾਡੇ ਲੋਕ ਵੀ ਜਾਂਦੇ ਆ, ਦੋ ਕਿਸਮ ਦੇ। ਜੀ। ਇੱਕ ਉਹ ਹੈ ਜਿਹੜੇ ਉੱਥੇ ਆਪਣਾ ਮਿਹਨਤ ਵੇਚਦੇ ਹੈ, ਇੱਕ ਉਹ ਹੈ ਜਿਹੜੇ ਲੋਕਾਂ ਦੇ ਕੋਲ ਕੁਝ ਸਾਧਨ ਹੈ ਤੇ ਉਹ ਜਾ ਕੇ ਉੱਥੇ ਕੰਪਨੀਆਂ ਵਗੈਰਾ ਬਣਾ ਲੈਂਦੇ। ਕਿਉਂਕਿ WhatsApp ਲਾਇਬ੍ਰੇਰੀ ਜੋ ਇੱਥੋਂ ਕੁਛ ਕਰ ਰਹੀ ਹੈ, IT ਸੈੱਲ ਜੋ ਕਰ ਰਿਹਾ ਹੈ, ਉਹਦਾ ਅਸਰ ਫਿਰ ਜਿਹੜੇ ਉਧਰ ਗਏ ਹੈ ਭਗਵਾਂ ਬ੍ਰਿਗੇਡ, ਜੀ, ਉਹਨਾਂ ਤੇ ਵੀ ਹੁੰਦਾ ਹੈ। ਹੁਣ ਹੋਇਆ ਕੀ ਕਿ ਇੱਕ ਸ਼੍ਰੀਮਾਨ ਹੈ ਗੌਰਵ ਉਪਾਧਿਆਏ ਸਾਹਿਬ, ਜੀ, ਇਹ ਜਿਹੜੇ ਹੈਗੇ ਇੱਕ ਕੰਪਨੀ ਦੇ ਮਾਲਕ ਹੈ। ਜੀ। ਇਹਨਾਂ ਨੇ ਉੱਥੇ ਬਹੁਤ ਹੀ ਇਤਰਾਜ਼ਯੋਗ ਗੱਲ ਕਹਿਤੀ। ਇਹਨਾਂ ਨੇ ਕਹਿਤਾ ਕਿ ਜਿਹੜੀ ਰੈਡੀਕਲ ਇਸਲਾਮੀ ਤਬਲੀਗੀ ਲੋਕ ਹੈ, ਇਹ ਅੱਤਵਾਦੀ ਹੈ, ਇਹ ਸੁਧਰ ਜਾਣ, ਨਹੀਂ ਤਾਂ ਫੇਰ ਦਾ ਮਤਲਬ ਆਪਾਂ ਜਾਣਦੇ ਹਾਂ ਵੀ ਫੇਰ ਕੀ ਹੈ, ਵੀ ਸੁਧਾਰ ਦੇਣਗੇ। ਇਹਦੇ ਤੇ ਹੋਇਆ ਕੀ ਕਿ ਬਹੁਤਾ ਪ੍ਰਤੀਕਰਮ ਹੋਰ ਤਾਂ ਕਿਸੇ ਪਾਸੋਂ ਨਹੀਂ ਆਇਆ। ਜੀ। ਜਦੋਂ ਇਹ ਟਵਿੱਟਰ ਦੇ ਉੱਤੇ, ਉਹਦੇ ਟਵਿੱਟਰ ਹੈਂਡਲ ਦੇ ਉੱਤੇ ਮੈਸੇਜ ਪੜਿਆ, ਤਾਂ ਜਿਹੜੀ ਸ਼ਾਰਜਾ ਦੀ ਰਾਜਕੁਮਾਰੀ ਹੈ, ਜੀ, ਸ਼ਹਿਜ਼ਾਦੀ ਹੈ, ਉਹਦਾ ਨਾਂ ਸ਼ਾਇਦ ਹੈਂਦ ਕਾਸਮੀ ਹੈ, ਹਿੰਦ ਨਾਲ ਨਾਮ ਮਿਲਦਾ ਜੁਲਦਾ। ਜੀ। ਉਹਨੇ ਇਹਦਾ ਨੋਟਿਸ ਲਿਆ। ਉਹਨੇ ਕਿਹਾ ਕਿ
ਸਾਡੇ ਸ਼ਾਹੀ ਪਰਿਵਾਰ ਦੇ ਬਹੁਤ ਅੱਛੇ ਤਾਲੁਕਾਤ ਹੈ ਭਾਰਤ ਨਾਲ। ਜੀ ਭਾਰਤ ਦੇ ਜਿਹੜੇ ਇੱਥੇ ਲੋਕ ਆਉਂਦੇ ਹੈ, ਇੱਥੋਂ ਦੀ ਜਿਹੜੀ ਹੈਗੀ ਇਕੋਨਮੀ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਚੰਗੀ ਹੈ, ਜੀ ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਲੋਕ ਉਹਨਾਂ ਤੋਂ ਮੁਫਤ ਕੰਮ ਕਰਾਉਣੇ। ਪੈਸੇ ਦਿੰਨੇ ਆ। ਉਹ ਇਹਦੇ ਬਦਲੇ 'ਚ ਪੈਸੇ ਲੈਂਦੇ ਹੈ। ਮੇਰੇ ਧਰਮ ਬਾਰੇ ਜਿਹੜੀਆਂ ਇਤਰਾਜ਼ਯੋਗ ਗੱਲਾਂ ਕੀਤੀਆਂ ਮੇਰੀ ਧਰਤੀ ਤੋਂ, ਤੇ ਇਸਲਾਮੋਫੋਬੀਆ ਜਿਹੜਾ ਹੋਇਆ ਵੈ, ਇਹਦੀ ਬਦੌਲਤ ਜਿਹੜੇ ਲੋਕ ਅਜਿਹਾ ਕੁਝ ਕਰਦੇ ਆ, ਫਿਰ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਊ, ਜੁਰਮਾਨੇ ਵੀ ਆਇਦ ਕੀਤੇ ਜਾਣਗੇ, ਤੇ ਉਹਨਾਂ ਦੀ ਫਿਰ ਵਾਪਸੀ ਵੀ ਤੈਅ ਹੈ। ਤੁਹਾਨੂੰ ਪਤਾ ਜਿਹੜੀ ਇਹ ਦੇਸ਼ ਹੈ, ਉੱਥੇ ਡੈਮੋਕ੍ਰੇਸੀ ਦਾ ਹੈ ਨਹੀਂ। ਜੋ ਰਾਣੀ ਨੇ ਕਹਿਤਾ ਰਾਜੇ ਨੂੰ ਕਹਿਣਾ ਕਰਨਾ ਪਊ। ਨਹੀਂ, ਜੋ ਉੱਥੇ ਜਿਹੜੇ ਉੱਥੇ ਕਾਨੂੰਨ ਹੈ, ਉਹਨਾਂ ਦੇ ਮੂੰਹ ਚੋਂ ਨਿਕਲੇ ਹੋਏ ਕਾਨੂੰਨ ਹੈ, ਤੇ ਉਹਨਾਂ ਕਾਨੂੰਨਾਂ ਦੇ ਉੱਤੇ ਅਮਲ ਤੇ ਕੋਈ ਸਾਡੇ ਕੋਲ ਨਹੀਂ ਵੀ ਸਾਲ 2-2 ਸਾਲ ਕੇਸ ਹੀ ਚੱਲਣਗੇ। ਉਹ ਤਾਂ 24 ਘੰਟੇ 48 ਘੰਟੇ ਵੱਧ ਤੋਂ ਵੱਧ ਇੱਕ ਹਫ਼ਤੇ ਦੇ ਵਿੱਚ ਕੰਮ ਹੋ ਜਾਂਦਾ ਹੈ। ਤੇ ਸਾਡੇ ਪੰਜਾਬੀ ਪਰਿਵਾਰਾਂ ਨੂੰ ਉਹਨਾਂ ਨੂੰ ਪਤਾ ਹੈ ਜੀ, ਇੱਕ ਲੜਾਈ ਦੇ ਝਗੜੇ 'ਚ ਜਿਨ੍ਹਾਂ ਦੇ ਪੁੱਤਾਂ ਧੀਆਂ ਨੂੰ ਪਤੀਆਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਦਾ ਹੁਕਮ ਹੋਇਆ ਸੀ ਜੀ, ਤੇ ਉਹ ਸਜ਼ਾ ਫਿਰ ਟਲੀ ਕਿਵੇਂ ਸੀ? ਕੰਪਰੋਮਾਈਜ਼ ਕਰਵਾਇਆ ਸੀ ਵਿੱਚ ਪੈ ਕੇ SPS ਓਬਰਾਏ ਸਾਹਿਬ ਨੇ। ਹਾਂਜੀ ਬਿਲਕੁਲ। ਤੇ ਉਹਨਾਂ ਨੇ ਬਲੱਡ ਮਨੀ ਆਪਣੇ ਕੋਲੋਂ ਦਿੱਤੀ ਸੀ, ਫਿਰ ਉਹ ਬੰਦੇ ਛੁੱਟ ਕੇ ਇੱਥੇ ਆਏ ਸੀ, ਇਹ ਜਾਣਦੇ ਕਿ ਉੱਥੇ ਦੇ ਕਾਇਦੇ ਕਾਨੂੰਨ ਕਿਹੋ ਜਿਹੇ। ਫਿਰ ਉਪਾਧਿਆ ਸਾਹਿਬ ਨੂੰ ਵੀ ਪਤਾ ਲੱਗ ਗਿਆ ਭਈ ਗੱਲ ਤਾਂ ਪੁੱਠੀ ਪੈ ਜੂ, ਤੇ ਉਪਾਧਿਆ ਸਾਹਿਬ ਨੇ ਆਪਣਾ ਸਾਰਾ ਕੁਝ ਹੀ ਡਿਲੀਟ ਕਰਤਾ। ਅੱਛਾ ਜੀ। ਡਿਲੀਟ ਕਰਨ ਤੋਂ ਬਾਅਦ ਕੁਝ ਹੋਰ ਹੀ ਨਾ ਜਾ ਕਰਕੇ ਆਪਦਾ ਅਸੀਂ ਤਾਂ ਜੀ ਏਕਤਾ ਵਾਲੇ ਆ ਜੀ, ਆਪਾਂ ਭਾਈਚਾਰਕ ਏਕਤਾ ਰੱਖੀਏ ਜੀ, ਨਾਲ ਦੀ ਨਾਲ ਹੀ ਬਾਣੀ ਦੂਜੀ ਬਦਲਤੀ। ਇੱਕ ਫਿਲਮ ਐਕਟਰੈਸ ਦੀ ਭੈਣ ਨੇ ਵੀ ਐਂ ਚੱਕਤਾ। ਅੱਛਾ, ਸ਼ਾਇਦ ਉਹਨੇ ਵੀ ਕਰਤਾ ਕੰਮ। ਹਾਂ, ਅੱਛਾ। ਇੱਦਾਂ ਹੀ ਇੱਕ ਮੈਡਮ ਪ੍ਰੀਤੀ ਹੈ ਉੱਥੇ, ਉੱਥੇ ਹੀ ਰਹਿੰਦੀ ਹੈ। ਉੱਥੇ ਹੀ ਰਹਿੰਦੀ ਹੈ। ਪ੍ਰੀਤੀ ਨੇ ਵੀ ਕੁਝ ਅਜਿਹੀ ਸ਼ਬਦ ਇਸਤੇਮਾਲ ਕੀਤੇ ਟਵਿੱਟਰ ਤੇ, ਉਹਨੇ ਵੀ ਕੁਝ ਲਿਖਤਾ। ਉਹਨੇ ਵੀ ਲਿਖਤਾ ਤੇ ਉਹਦਾ ਵੀ ਨੋਟਿਸ ਫਿਰ ਲਿਆ ਗਿਆ। ਉਹਦਾ ਨੋਟਿਸ ਲਿਆ ਉਹਦੀ ਹੈੱਡ ਨੇ, ਜਿਹੜੀ ਉਹਦੀ ਸੀ ਨੂਰਾ। ਉਹ ਕਹਿੰਦੀ ਪ੍ਰੀਤੀ ਫਿਰ ਗੱਲ ਸੁਣ, ਉਹੀ ਸ਼ਬਦ ਲਗਭਗ ਉਹਨੇ ਉਹੀ ਜਿਹੇ ਕਹਤੇ। ਮੈਂ ਦਾ ਵੈਰ ਦੀ ਆਸਫਾ ਸ਼ੇਰਵਾਨੀ ਜੀ, ਉਹਦੀ ਇਹ ਨਾਲ ਇੱਕ ਇੰਟਰਵਿਊ ਸੁਣ ਕੇ ਆਇਆ ਕੁਝ ਸਮਾਂ ਪਹਿਲਾਂ ਹੀ। ਉਹ ਇੰਟਰਵਿਊ ਕਿਹਦੀ ਹੈ? ਉਸੇ ਸ਼ਹਿਜ਼ਾਦੀ ਦੀ ਹੈ ਜੀ। ਉਹ ਸ਼ਹਿਜ਼ਾਦੀ ਨੂੰ ਜਦੋਂ ਉਹਨੇ ਸਵਾਲ ਕੀਤਾ ਵੀ ਇਹ ਤੂੰ ਤਾਂ ਜਿਹੜੇ ਬੀਬਾ ਸ਼ਬਦ ਕਹੇ ਮੈਡਮ, ਤੇ ਸਾਰਾ ਜਿਹੜਾ ਤੁਹਾਡਾ ਇਹ ਗਲਫ ਕੰਟਰੀਜ਼ ਹੈ, ਉਹੀ ਵਰਤਨ, ਇਹਨਾਂ ਦੇ ਵਿੱਚੋਂ ਮਤਲਬ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਣੀਆਂ ਕਿਉਂ ਸ਼ੁਰੂ ਹੋ ਗਈਆਂ? ਜਿਹੜਾ ਇਸਲਾਮਿਕ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ, ਜਿਹਨੂੰ ਅਸੀਂ ਤੇਲ ਵਾਲੇ ਵੀ ਕਹਿ ਦਿੰਦੇ, 57 ਦੇਸ਼ਾਂ ਦਾ ਸਮੂਹ ਹੈ ਜੀ, ਤੇ 57 ਦੇਸ਼ਾਂ ਦੇ ਸਮੂਹ ਨੇ ਵੀ ਸਟੇਟਮੈਂਟ ਜਾਰੀ ਕਰਤੀ। ਜਦੋਂ ਉਹਨੂੰ ਪੁੱਛਿਆ ਵੀ ਇਹ ਤੁਹਾਨੂੰ ਕਿਉਂ ਹੈ, ਤੇ ਉਹਨੇ ਕਿਹਾ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮੈਂ ਤਾਂ ਆਪਣੇ ਤੌਰ ਤੇ ਗੱਲ ਕਹੀ ਸੀ, ਲੇਕਿਨ ਮੇਰੀ ਇਸ ਗੱਲ ਨੂੰ ਬੁੱਧੀਜੀਵੀਆਂ ਨੇ ਚੁੱਕਿਆ ਜੀ, ਵਕੀਲਾਂ ਨੇ ਚੁੱਕਿਆ, ਪੱਤਰਕਾਰਾਂ ਨੇ ਚੁੱਕਿਆ, ਇੰਜੀਨੀਅਰਾਂ ਨੇ ਚੁੱਕਿਆ, ਡਾਕਟਰਾਂ ਨੇ ਚੁੱਕਿਆ, ਮੇਰੇ ਦੇਸ਼ ਦੇ ਨੇ, ਮੇਰੇ ਖਿੱਤੇ ਦੇ ਨੇ, ਮੇਰੇ ਧਰਮ ਦੇ ਲੋਕਾਂ ਨੇ। ਔਰ ਮੈਨੂੰ ਤਾਂ ਕਹਿੰਦੀ ਇੰਨਾ ਪਤਾ ਹੀ ਨਹੀਂ ਸੀ ਵੀ ਸਾਨੂੰ ਇੰਨਾ ਵੱਡਾ ਉਤਸ਼ਾਹ ਮਿਲ ਜਾਣਾ ਜੀ। ਉਹ ਲੜਕੀ ਕਹਿੰਦੀ ਹੈ ਕਿ ਮੇਰੇ ਨਾਂ ਦੇ ਵਿੱਚ ਤੁਸੀਂ ਸ਼ਬਦ ਹਿੰਦ ਆਉਂਦਾ ਹੈ। ਹਿੰਦ। ਮੇਰੀ ਦਾਦੀ ਭਾਰਤ ਨੂੰ ਬੜਾ ਪਿਆਰ ਕਰਦੀ ਸੀ ਜੀ। ਰਿਟਾਇਰਮੈਂਟ ਤੋਂ ਬਾਅਦ ਮੇਰਾ ਚਾਚਾ ਭਾਰਤ 'ਚ ਰਹਿੰਦਾ ਸੀ। ਸ਼ਹਿਜ਼ਾਦੀ ਕਹਿੰਦੀ ਹੈ ਮੈਂ ਇੰਡੀਆ ਜਾ ਕੇ ਆਈ ਹਾਂ ਜੀ। ਇੰਡੀਆ ਜਾ ਕੇ ਕਹਿੰਦੀ ਮੈਂ ਗਾਂਧੀ ਮੈਮੋਰੀਅਲ ਜਿਹੜੀ ਹੈਗੀ ਉੱਥੇ ਵੀ ਜਾ ਕੇ ਆਈ ਹਾਂ। ਉੱਥੇ ਮੈਂ ਗਾਂਧੀ ਦੀਆਂ ਕਿਤਾਬਾਂ ਵੀ ਲਈਆਂ, ਗਾਂਧੀ ਦੇ ਉੱਤੇ ਮੈਂ ਸਟੱਡੀ ਕੀਤੀ ਹੈ ਜੀ। ਗਾਂਧੀ ਹੋ ਗਿਆ, ਮਾਰਟਿਨ ਲੂਥਰ ਕਿੰਗ ਹੋ ਗਿਆ, ਨੈਲਸਨ ਮੰਡੇਲਾ ਹੋ ਗਏ। ਇਹ ਕੌਣ ਬੰਦੇ ਹੈ ਜੀ? ਇਹ ਉਹ ਬੰਦੇ ਹੈ ਜਿਨ੍ਹਾਂ ਨੇ ਖੂਨ ਦਾ ਇੱਕ ਤੁਪਕਾ ਡੋਲੇ ਤੋਂ ਬਗੈਰ ਜੀ ਤਬਦੀਲੀ ਲਿਆਂਦੀ। ਕਹਿੰਦੀ ਸਾਡੇ ਆਦਰਸ਼ ਹੈ ਸਾਡੇ। ਮੈਂ ਹੈਰਾਨ ਰਹਿ ਗਿਆ ਕਿਉਂਕਿ ਸ਼ਹਿਜ਼ਾਦੀਆਂ ਬਾਰੇ ਤੇ ਸ਼ਹਿਜ਼ਾਦਿਆਂ ਬਾਰੇ ਆਪਣਾ ਪ੍ਰਭਾਵ ਕਿਸ਼ੋਰ ਬਣਿਆ। ਬਿਲਕੁਲ ਬਿਲਕੁਲ। ਵੀ ਉਹ ਉਹਨਾਂ ਨੂੰ ਇੰਨੀ ਡੂੰਘਾਈ ਨਾਲ ਉਹ ਪੜ੍ਹਦੇ। ਕਹਿੰਦੀ ਮੇਰਾ ਆਦਰਸ਼, ਮੇਰੇ ਦੇ ਉੱਤੇ ਜਿਹੜਾ ਗਾਂਧੀਵਾਦ ਹੈ, ਗਾਂਧੀ ਦੀ ਫਿਲਾਸਫੀ, ਉਹਦਾ ਮੇਰੇ ਤੇ ਬਹੁਤ ਸਾਰਾ ਅਸਰ ਹੈ। ਔਰ ਮੈਂ ਤਾਂ ਚਾਹੁੰਦੀ ਹਾਂ ਕਿ ਉਸ ਕਿਸਮ ਦੀ ਗੱਲ ਵੀ ਤੇ ਭਾਰਤ ਦੇ ਵਿੱਚ ਹੋ ਕੀ ਰਿਹਾ ਜੀ। ਨਾਲ ਉਹਨੇ ਕਿਹਾ ਕਿ ਭਾਰਤ ਦੀ ਸਿਆਸਤ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਮੇਰੀ ਕੋਈ ਦਿਲਚਸਪੀ ਨਹੀਂ। ਤਬਲੀਗੀ ਜਮਾਤ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਪਰ ਇਸਲਾਮੋਫੋਬੀਆ ਜਿਹੜਾ ਕੀਤਾ ਜਾਂਦਾ, ਜਦੋਂ ਇੱਕ ਤਬਕੇ ਨੂੰ ਤੁਸੀਂ ਨਫ਼ਰਤ ਕਰੋਗੇ, ਉਦੋਂ ਕਹਿੰਦੀ ਜੈਨੋਸਾਈਡ ਫੈਲਦਾ ਹੈ ਜੀ, ਨਸਲਕੁਸ਼ੀ ਵਾਲੀ ਗੱਲ ਹੁੰਦੀ ਹੈ। ਫਿਰ ਜਿਹਦਾ ਅਸਰ ਕੀ ਹੋਇਆ, ਜਿੰਨੇ ਸੀ ਹੁਣ ਇਸ ਵੇਲੇ ਤੁਸੀਂ ਦੇਖੋ ਕਿ WhatsApp ਯੂਨੀਵਰਸਿਟੀ ਵੀ ਬੰਦ ਹੈ ਜੀ, IT ਸੈੱਲ ਦਾ ਵੀ ਐਨ ਮੂੰਹ ਪੂਰੀ ਤਰ੍ਹਾਂ ਬੰਦ ਹੋਇਆ ਵਾ। ਤੇ ਫਿਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਤੁਸੀਂ ਸੁਣਿਆ ਹੋਣਾ
ਇਹ ਜਿਹੜਾ ਵਾਇਰਸ ਹੈ ਨਾ, ਹੂੰ ਇਹ ਵਾਇਰਸ ਨਾ ਤਾਂ ਧਰਮ ਦੇਖਦਾ ਹੈ, ਨਾ ਇਹ ਜਾਤ ਦੇਖਦਾ ਹੈ, ਇਹ ਕੁਝ ਵੀ ਨਹੀਂ ਦੇਖਦਾ, ਇਹਦੇ ਬਾਰੇ ਕੁਝ ਵੀ ਨਹੀਂ। ਇਹ ਤਾਂ ਉਹ ਫਿਰ- ਇਹ ਗੱਲ ਜਿਹੜੀ ਨਿਕਲਦੀ ਹੈ, ਕਿਉਂਕਿ ਉਹ ਜਿਹੜੇ ਟਿੱਬੇ ਆ ਨਾ, ਟਿੱਬਿਆਂ ਤੋਂ ਨੇਰੀ ਉੱਠ ਗਈ, ਫਿਰ ਕਲਿਆਣ ਵਾਲੇ ਟਿੱਬਿਆਂ ਤੋਂ ਨੇਰੀ ਉੱਠ ਟਿੱਬਿਆਂ ਗਈ। ਤੋਂ ਨਹੀਂ, ਜਦੋਂ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ਾਂ 'ਚ ਬਹੁਤ ਗਏ ਹੈ, ਹੂੰ ਪਰ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਖਾੜੀ ਦੇ ਦੇਸ਼ਾਂ ਦੇ ਵਿੱਚ ਜਾ ਕੇ ਅਰਬ ਕੰਟਰੀ ਦੇ ਵਿੱਚ ਇੱਕ ਤੋਂ ਵੱਧ ਵਾਰ ਗਏ ਹੈ, ਹੂੰ ਇੱਕ ਦੇਸ਼ ਦੇ ਵਿੱਚ। ਪਾਕਿਸਤਾਨ ਦੇ ਨਾਲ ਸਾਡੇ ਸਬੰਧ ਜਦੋਂ ਖੱਟੇ ਮਿੱਠੇ ਹੁੰਦੇ ਹੈ, ਜਦੋਂ ਵੀ ਤਣਾਅ ਪੈਦਾ ਹੁੰਦਾ ਹੈ, ਉਦੋਂ ਖਾੜੀ ਦੇ ਦੇਸ਼ ਪਾਕਿਸਤਾਨ ਨਾਲ ਨਹੀਂ ਸੀ ਖੜਦੇ, ਭਾਰਤ ਨਾਲ ਖੜਦੇ ਸੀ। ਹੂੰ ਭਾਰਤ ਦੀ ਜਿਹੜੀ ਵਿਦੇਸ਼ ਪਾਲਿਸੀ ਆ ਬਹੁਤ ਪੁਰਾਣੀ ਚੱਲੀ ਆਉਂਦੀ ਸੀ, ਜਿਹੜੀ ਇਹਨਾਂ ਨੂੰ ਨਾਲ ਲੈ ਕੇ ਤੁਰਦੀ ਸੀ। ਜੀ ਉਹ ਲੋਕ ਜਿਹੜੇ ਸਾਡੇ ਨਾਲ ਸੀ, ਸਾਨੂੰ ਉੱਥੋਂ ਤੇਲ ਵੀ ਆਉਂਦਾ, ਸਾਡੇ ਨਾਲ ਬਹੁਤ ਵਧੀਆ ਤਾਲੁਕਾਤ ਹੈ। ਤੇ ਜਦੋਂ ਉਹਨਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਹੀ ਮਤਲਬ ਜਦੋਂ ਸ਼ੁਰੂ ਹੋ ਗਿਆ ਕੰਮ, ਕਿਉਂਕਿ ਇਹ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਕੋਈ ਬੀਜਦੇ ਹੋ, ਉਹ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜੇ। ਹੁਣ ਸਾਰੇ ਦੇ ਸਾਰੇ ਜਿਹੜੇ IOC ਤੇ OIC ਦੇ ਸਾਰੇ 57 ਦੇਸ਼ ਤਾਂ ਉਹ ਹੋ ਗਏ, ਹੂੰ ਔਰ ਜਿਹੜੇ ਰਾਜ ਘਰਾਣੇ ਵੀ ਉੱਠ ਕੇ ਇਸ ਤਰ੍ਹਾਂ ਬੋਲਣਾ ਸ਼ੁਰੂ ਕਰਦੇ ਹਨ। ਫਿਰ ਤੱਕ ਫਿਰ ਤੁਸੀਂ ਦੇਖੋ ਕਿ ਹੁਣ ਐਨ ਸ਼ਾਂਤੀ ਸੁਸਰੀ ਵਾਂਗੂ ਸੌਂਗੇ। ਸੁਸਰੀ ਵਾਂਗੂ ਬੈਠੇ ਪਏ। ਇਹਦੇ 'ਚ ਹੁਣ ਜੇ ਆਪਾਂ ਕਸੂਰ ਦੇਖੀਏ, ਕਿਹਦਾ ਕਸੂਰ ਇਹ ਹੈ ਕਿ ਇਸ ਸੈਕੂਲਰ ਇੰਡੀਆ ਦਾ, ਸੈਕੂਲਰ ਭਾਰਤ ਦਾ, ਧਰਮ ਨਿਰਪੱਖ ਭਾਰਤ ਦਾ ਜਿਹੜਾ ਹਿੰਦੂ ਕਰਨ ਵਾਲੇ ਪਾਸੇ ਤੁਰੇ ਵੀ ਸੀ, ਇਹ ਉਹਦਾ ਨਤੀਜਾ। ਤੇ ਆ ਹੁਣ ਗੱਲਾਂ ਸਾਡੇ ਸਾਹਮਣੇ ਆ ਰਹੀਆਂ। ਇਸ ਕਰਕੇ ਤੁਸੀਂ ਸ਼ਬਦ ਵਰਤਿਆ ਸੀਗਾ ਕਿ ਜਿਹੜੇ ਬੰਦੇ ਬਹੁਤ ਬੋਲਦੇ ਹੁੰਦੇ ਸੀ, ਮੈਂ ਇਹਦੇ 'ਚ ਨਾ ਬਿਲਕੁਲ ਇਹਦਾ ਮੈਂ ਸਰਲ ਪੰਜਾਬੀਕਰਨ ਕਰਨਾ ਚਾਹੁੰਦਾ। ਸਾਡੀ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਹੈ, ਉਹ ਬੈਠੇ ਹੈ ਪ੍ਰਵਾਸ ਤੇ, ਜੀ ਉੱਥੇ ਕੰਮ ਧੰਦਾ ਕਰਦੇ ਹੈ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਅਸੀਂ ਖੇਡਦੇ ਹੁੰਦੇ ਸੀ, ਤੇ ਜਦੋਂ ਮਤਲਬ ਹੈ ਵੀ ਕੋਈ ਮਾੜਾ ਮੋਟਾ ਡਰ ਡਰ ਆਉਂਦਾ, ਘਰ ਦੇ ਪੈਂਦੇ ਮਗਰ ਵੀ ਤੁਸੀਂ ਪੜ੍ਹਦੇ ਨਹੀਂ ਆ ਕੇ, ਤੁਸੀਂ ਸ਼ਾਮ ਨੂੰ ਪੈਰ ਧੋ ਕੇ ਦੁੱਧ ਦੱਧ ਨਹੀਂ, ਉਦੋਂ ਪਿੰਡਾਂ 'ਚ ਦੁੱਧ ਪੀਂਦੇ ਹੁੰਦੇ ਸੀ ਤੌੜੀ ਦਾ ਲਾ ਕੇ, ਜੀ ਤੇ ਫਿਰ ਉਹ ਭੱਜਦੇ ਨਾਲ ਦੇ ਫਿਰ ਟੀਚਰ ਕਰਦੇ ਹੁੰਦੇ, ਕਹਿੰਦੇ ਪੈ ਗਈ ਪਤੀੜ, ਕਤੀੜ ਦੀ ਪਤੀੜ। ਉਹ ਆ ਹੁੰਦੀ ਆ ਮੈਨੂੰ ਹੁਣ ਸ਼ਬਦ ਇਸਤੇਮਾਲ ਕਰਨਾ ਪੈਣਾ ਕਿ ਇੱਥੇ ਤਾਂ ਜ਼ਰੂਰ ਆ ਮੁਸਲਮਾਨਾਂ ਨੂੰ ਵੱਢ ਦਿਆਂਗੇ, ਜੋ ਵੱਢ ਦਿਆਂਗੇ, ਸਿੱਖਾਂ ਦੀ ਵੀ ਵਾਰੀ ਆ ਜੂਗੀ। ਤੇ ਹੁਣ ਜਦੋਂ ਹੱਥਾਂ ਬਾਝ ਕਰਾ ਰਿਹਾ ਬੈਰੀ ਮਿੱਤਰਾ ਹੋ, ਜਦੋਂ ਹੁਣ ਪਤਾ ਲੱਗ ਗਿਆ ਕਿ ਆ ਸਾਰਾ ਕੁਝ ਖੜਾ ਹੋ ਗਿਆ, ਸਾਰਾ ਕੁਝ ਹੀ ਬੋਲਤੀ ਬੰਦ ਹੋ ਗਈ, ਸਭ ਕੁਝ ਬੰਦ ਆ। ਹੁਣ ਕਿੱਧਰ ਗਈਆਂ? ਹੁਣ ਮਤਲਬ ਇਹ ਵੀ ਧਰਮ ਨਹੀਂ ਦੇਖਦਾ, ਕਰੋਨਾ ਧਰਮ ਨਹੀਂ ਦੇਖਦਾ, ਸਾਰਾ ਕੁਝ ਪ੍ਰਧਾਨ ਮੰਤਰੀ ਨੂੰ ਵੀ ਸਾਰਾ ਕੁਝ ਦਿਸਣ ਲੱਗਿਆ। ਅਸਲ ਕਾਰਨ ਦਾ ਇਹ ਹੈ। ਬਿਲਕੁਲ ਢਿੱਲੋਂ ਸਾਹਿਬ, ਜਦੋਂ ਅਗਲੇ ਨੂੰ ਪਤਾ ਲੱਗ ਗਿਆ ਵੀ ਨਾਲੇ ਇਹਨਾਂ ਨੂੰ ਵੀ ਇਹ ਦਿਸ ਗਿਆ ਨਾ ਕਿ ਸਾਡੀਆਂ ਤਾਂ ਉੱਥੇ 2 ਨੰਬਰ ਦੀਆਂ ਜਾਇਦਾਦਾਂ ਤਾਂ ਸਾਰੀਆਂ ਉੱਥੇ ਹੀ ਪਈਆਂ। ਸਾਰੇ ਲੀਡਰ ਹੈ ਜਿਹੜੇ, ਸਾਰੇ ਲੀਡਰਾਂ ਦਾ ਸਾਰਾ ਕੁਝ ਉੱਥੇ, ਸਾਰਾ ਕੁਝ ਉੱਥੇ। ਮੈਂ ਤੁਹਾਨੂੰ ਇੱਕ ਹੋਰ ਗੱਲ ਕਰਾਂ, ਹੁਣ ਕਈ ਵਾਰੀ ਮਖੌਟੇ ਹੁੰਦੇ ਆ ਮੂਰੇ। ਮੁਖਤਾਰ ਅਬਾਸ ਨਕਵੀ ਹੈ ਜੀ, ਵਜ਼ੀਰ ਸਾਹਿਬ ਹੈ, ਮੁਸਲਮਾਨ ਹੈ, ਉਹ ਇੱਕ ਚਿਹਰਾ ਰੱਖਿਆ ਵਾ ਮੂਰੇ, ਬਿਲਕੁਲ ਰੱਖਦੇ ਆ ਵੀ ਬੋਲਣ। ਉਹ ਚਿਹਰਾ ਸਾਹਿਬ ਫਿਰ ਉਹ ਬੋਲੇ, ਉਹ ਕਹਿੰਦੇ ਜੀ ਜਦੋਂ ਇਹ OIC ਵਾਲਿਆਂ ਦਾ ਆ ਗਿਆ ਬਿਆਨ, ਆ ਗਿਆ, ਕਹਿੰਦੇ ਭਾਰਤ ਦੇ ਵਿੱਚ ਮੁਸਲਮਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅੱਛਾ, ਐਦੂ ਵਧੀਆ ਉਹਨਾਂ ਕੋਲੇ ਸਵਰਗ ਹੈ ਨਹੀਂ। ਸਵਰਗ ਤਾਂ ਹੁਣ ਅਖਲਾਕ ਦੇ ਬੱਚਿਆਂ ਨੂੰ ਪੁੱਛ ਲਓ ਜਾ ਕੇ। ਸਵਰਗ ਜਿਹੜਾ ਹੈਗਾ ਪਹਿਲੂ ਖਾਨ ਦੇ ਬੱਚਿਆਂ ਨੂੰ ਪੁੱਛ ਲਓ। ਜਦੋਂ ਤੁਸੀਂ ਭੀੜ ਤੰਤਰ ਨੂੰ ਤਿਆਰ ਕੀਤਾ ਹੈ, ਭੀੜ ਤੰਤਰ ਨੇ ਲੋਕਾਂ ਨੂੰ ਵੱਢਿਆ ਮਾਰਿਆ, ਇਹ ਤਾਂ ਉਦੋਂ ਦੇਖਣੀਆਂ ਚਾਹੀਦੀਆਂ ਕਿ ਗੱਲਾਂ ਕਿੱਧਰ ਨੂੰ ਜਾਣਗੀਆਂ ਤੇ ਦੇ ਨਤੀਜੇ ਕੀ ਨਿਕਲਣਗੇ। ਜੀ ਢਿੱਲੋਂ ਸਾਹਿਬ, ਪਰ ਢਿੱਲੋਂ ਸਾਹਿਬ ਇੱਕ ਜਿਹੜੀ ਆ ਹਰ ਚੀਜ਼ ਦੇ ਉੱਤੇ ਇੱਕ ਸਿਆਸਤ, ਅੱਜ ਕਾਫੀ ਗਰਮੈਸ਼ ਪੈਦਾ ਹੋਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਕਮੈਂਟ ਆ ਰਹੇ ਨੇ, ਸਵਾਲ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਬੀਬਾ ਹਰਸਿਮਰਤ ਦੇ ਉੱਤੇ ਵੀ ਬੀਬਾ ਜੀ ਪਹਿਲੀ ਇਹ ਦੱਸੋ ਵੀ ਤੁਸੀਂ ਪੰਜਾਬ ਦੇ ਕੇਂਦਰ 'ਚ ਵਕੀਲ ਹੋ ਜਾਂ ਕੇਂਦਰ ਦੇ ਪੰਜਾਬ 'ਚ ਵਕੀਲ ਹੋ? ਠੀਕ ਹੈ, ਕਾਫੀ ਕੁਛ ਬਿਆਨਬਾਜ਼ੀ ਹੋ ਰਹੀ ਹੈ। ਟਵਿੱਟਰ ਪਹਿਲਾਂ ਤਾਂ ਬਿਆਨੀ ਇੱਕ ਦੂਜੇ ਲਾਈਵ ਆਪਦੇ ਘਰੋਂ ਬੋਲ ਕੇ, ਹੁਣ ਟਵਿੱਟਰੀ ਕੈਪਟਨ ਅਮਰਿੰਦਰ ਸਿੰਘ, ਹਰਸਿਮਰਤ ਕੌਰ ਬਾਦਲ ਅੱਜ ਬਹੁਤ ਕਰੜਾ ਬਿਆਨ ਫੰਡਸ ਨੂੰ ਲੈ ਕੇ, ਤੇ ਜਿਹੜਾ ਕੇਂਦਰ ਤੋਂ ਪੈਸਾ ਆਇਆ ਉਹਨੂੰ ਲੈ ਕੇ ਮਨਪ੍ਰੀਤ ਬਾਦਲ ਦਾ ਵੀ ਆ ਗਿਆ। ਵੈਸੇ ਮੈਂ ਤਾਂ ਇਹ ਮੇਰੀ ਤਾਂ ਸੋਚ ਹੈ, ਸਮਝ ਹੈ, ਤੁਹਾਡੇ ਕੋਲ ਪ੍ਰੋਗਰਾਮ ਅੱਗੇ ਕਿੰਨਾ ਕੁ ਹੈ, ਅੱਜ ਨਹੀਂ ਤਾਂ ਕੱਲ ਜੀ ਮਨਪ੍ਰੀਤ ਦਾ ਜਿਹੜੀ ਉਹ ਤਕਰੀਰ ਹੈ ਜੀ ਜੋ ਉਹਨੇ ਕੀਤੀ ਹੈ, ਇਹ ਤਕਰੀਰ ਵੈਸੇ ਸਾਨੂੰ ਜਿਹੜੀ ਹੈ ਪੇਜ ਤੇ ਪਾਈ ਹੋਈ ਹੈ ਜੀ, ਸੁਣ ਲੈਣਗੇ। ਪੇਜ ਤੇ ਵੀ ਭਾਵੇਂ ਪਾਈ ਹੋਵੇ, ਤੇ ਮੇਰਾ ਖਿਆਲ ਵੀ ਇੱਥੇ ਵੀ ਦੇਣੀ ਚਾਹੀਏ ਤਾਂ ਕਿ ਲੋਕਾਂ ਨੂੰ ਚਾਨਣ ਹੋ ਜੇ। ਮੈਨੂੰ ਵੀ ਵਿਦੇਸ਼ਾਂ 'ਚੋਂ ਬੜੇ ਫੋਨ ਆ ਰਹੇ, ਸੱਜਣ ਪੁੱਛਦੇ ਆ ਵੀ ਇਹ ਗੱਲ ਕੀ ਹੋਈ ਹੈ, ਵੀ ਬੀਬੀ ਵੀ ਬੜੀ ਗਰਮ ਹੈ। ਮੈਂ ਵੇਖ ਲੈਣਾ ਜੇ ਮਨਪ੍ਰੀਤ ਬਾਦਲ ਹੀ ਆ ਜਾਣ। ਹਾਂ, ਉਹ ਬੀਬੀ ਕਹਿੰਦੀ ਹੈ ਵੀ ਅਸੀਂ ਤਾਂ ਬੜਾ ਕੁਛ ਦੇਤਾ ਕੇਂਦਰ ਵੱਲੋਂ, ਪੰਜਾਬ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਕੋਲ ਆਨਾ ਨਹੀਂ ਆਇਆ, ਵੀ ਇਹ ਗੜਬੜ ਕਿੱਥੇ ਹੈ? ਕਿਉਂਕਿ ਇਹ ਜਿਹੜਾ ਹੁਣ ਦੋਨਾਂ ਧਿਰਾਂ ਤੋਂ ਪਿਆ ਤਾਂ ਉਹ ਤੁਸੀਂ ਜ਼ਾਹਰ ਕਰ ਦਿਓ, ਚੰਗੀ ਗੱਲ ਹੈ। ਚਲੋ ਜੀ, ਅਗਲੀ ਆਪਾਂ ਜਿਹੜੀ ਗੱਲ ਕਰਦੇ ਸੀਗੇ ਟਵਿੱਟਰੀ ਵਾਲੀ, ਇਹ ਵੀ ਮਤਲਬ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਮੁੱਦਾ ਬੜਾ ਨਾਜ਼ੁਕ ਹੈ। ਜੀ, ਲਾਕਡਾਊਨ ਹੋਣ ਤੋਂ ਪਹਿਲਾਂ
ਪੰਜਾਬ 'ਚ ਕਰਫਿਊ ਲੱਗਣ ਤੋਂ ਪਹਿਲਾਂ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਹੈ ਵਾਢੀ ਤੋਂ ਪਹਿਲਾਂ ਵੀ ਜਦੋਂ ਅਸੀਂ ਕਣਕ ਦੀ ਫਸਲ ਸੰਭਾਲਣੀ ਹੈ ਉਦੋਂ ਪਹਿਲਾਂ ਆਮ ਤੌਰ 'ਤੇ ਅਸੀਂ ਆਪਣੇ ਜਿਹੜੇ ਸਾਡੇ ਪਵਿੱਤਰ ਥਾਂ ਹੈ ਉੱਧਰ ਨੂੰ ਜਾਂਦੇ ਹਾਂ ਜੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਪਟਨਾ ਸਾਹਿਬ। ਤਖਤ ਪਟਨਾ ਸਾਹਿਬ ਵੀ ਲੋਕ ਮੱਥਾ ਟੇਕਣ ਜਾਂਦੇ। ਗੁਰੂ ਜੀ ਨੇ ਚੋਲਾ ਛੱਡਿਆ ਸੀ ਜੀ ਅਬਚਲ ਹਜੂਰ ਸਾਹਿਬ, ਔਰ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਵੀ ਉੱਥੇ ਦਿੱਤੀ ਸੀ। ਸੋ ਤਖਤ ਹਜੂਰ ਸਾਹਿਬ ਦੇ ਵਿੱਚ ਵੀ ਸਾਡੇ ਲੋਕ ਜਾਂਦੇ ਹੈ ਆਪਣੀ ਅਕੀਦਤ ਜੀ ਅਦਾ ਕਰਨ ਵਾਸਤੇ, ਭੇਟ ਕਰਨ ਵਾਸਤੇ। ਲੋਕ ਸਾਡੇ ਗਏ ਹੋਏ ਸੀ। 2000 ਦੇ ਕਰੀਬ ਬੰਦਾ ਜਿਹੜਾ ਹਜੂਰ ਸਾਹਿਬ ਗਿਆ ਹੋਇਆ ਸੀ ਜੀ। ਤੇ ਉਧਰੋਂ ਫਿਰ ਇਹ ਲਾਕਡਾਊਨ ਹੋਣ ਲੱਗ ਗਿਆ, ਉਹ ਫਸ ਗਏ ਵਿਚਾਰੇ। ਉਹਨਾਂ ਨੂੰ ਲਿਆਉਣ ਦਾ ਸਵਾਲ ਖੜਾ ਹੋ ਗਿਆ ਵੀ ਜੀ ਉਹਨਾਂ ਨੂੰ ਲਿਆਉਣਾ ਹੈ। ਤਾਂ ਉਹਦੇ ਸੰਬੰਧ ਵਿੱਚ ਜਿਹੜੀ ਸਭ ਤੋਂ ਪਹਿਲੀ ਚਿੱਠੀ ਲਿਖੀ ਗਈ ਹੈ ਜੀ, ਕਿਸੇ ਨੇ ਕਿਸੇ ਨੂੰ ਲਿਖੀ ਹੈ, ਜਿਹੜੀ ਜਨਤਕ ਹੋਈ ਹੈ, ਅਖਬਾਰਾਂ 'ਚ ਆਈ ਹੈ, ਉਹ ਚਿੱਠੀ ਬਿਕਰਮ ਸਿੰਘ ਮਜੀਠੀਆ ਦੀ ਸੀ। ਬਿਕਰਮ ਸਿੰਘ ਮਜੀਠੀਆ ਨੇ ਇੱਕ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਨੂੰ ਜੀ ਕਿ ਮੁੱਖ ਮੰਤਰੀ ਸਾਹਿਬ, ਸਾਡੇ ਜ਼ਿਲ੍ਹੇ 'ਚੋਂ, ਮੇਰੇ ਹਲਕੇ ਦੇ ਵਿੱਚੋਂ ਜਿਹੜੇ ਲੋਕ ਗਏ ਸੀ ਹਜੂਰ ਸਾਹਿਬ ਫਸੇ ਹੋਏ ਹੈ, ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਤੁਸੀਂ ਕੋਈ ਉਦਮ ਕਰੋ। ਜੀ, ਤੁਸੀਂ ਆਪਣੇ ਰੁਤਬੇ ਦੀ ਵਰਤੋਂ ਕਰਕੇ, ਆਪਣੇ ਹਮ ਰੁਤਬਾ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਇੱਧਰ ਲਿਆਓ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਉਧਵ ਠਾਕਰੇ ਨਾਲ ਗੱਲ ਕੀਤੀ। ਵੈਸੇ ਤਾਂ ਉਧਵ ਠਾਕਰੇ ਸ਼ਿਵ ਸੈਨਾ ਨਾਲ ਹੈ, ਪਰ ਕਿਉਂਕਿ ਜਿਹੜੀ ਉੱਥੇ ਦੀ ਸਰਕਾਰ ਹੈ ਉਹ ਸਰਕਾਰ ਇਸ ਵੇਲੇ ਕਾਂਗਰਸ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਮਦਦ ਨਾਲ ਚੱਲਦੀ ਹੈ। ਜੀ। ਉਹਨੇ ਉਧਵ ਠਾਕਰੇ ਨਾਲ ਗੱਲ ਕੀਤੀ ਵੀ ਤੁਸੀਂ ਜੀ ਕੁਛ ਨਾ ਕੁਛ ਕਰੋ। ਉਧਵ ਠਾਕਰੇ ਨੇ ਚਿੱਠੀ ਲਿਖਤੀ ਕੇਂਦਰ ਸਰਕਾਰ ਨੂੰ। ਕੇਂਦਰ ਸਰਕਾਰ ਆਪਣੇ ਕੰਮ 'ਚ ਲੱਗੀ ਰਹੀ। ਇਸ ਸਾਰੇ ਅਰਸੇ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਬੋਲੀ। ਜੀ। ਲੇਕਿਨ ਕੁਝ ਦਿਨ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ, ਬੀਬਾ ਜੀ ਦਾ ਬਿਆਨ ਆ ਗਿਆ ਕਿ ਮੈਂ ਜਿਹੜੇ ਇੰਦੌਰ 'ਚ ਫਸੇ ਹੋਏ ਲੋਕ ਹੈ ਜੀ, ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕਰਵਾਤਾ ਕੇਂਦਰ ਸਰਕਾਰ ਨੂੰ ਕਹਿ ਕੇ, ਤੇ ਹੁਣ ਉਹ ਆ ਰਹੇ ਵਾਪਸ। ਜੀ। ਅਗਲੇ ਦਿਨ ਹੀ ਖਬਰ ਇਹ ਲੱਗੀ ਕਿ ਉਹਨਾਂ ਦਾ ਪ੍ਰਬੰਧ ਤਾਂ ਡਾਕਟਰ ਅਮਰ ਸਿੰਘ ਨੇ ਕਰਵਾਇਆ ਸੀ। ਜੀ। ਉਹ ਇੰਦੌਰ ਫਸੇ ਕਿ ਨਹੀਂ। ਅਸਲ ਦੇ ਵਿੱਚ ਉਹ ਲੋਕ ਹਜੂਰ ਸਾਹਿਬ ਤੋਂ ਤੁਰ ਪਏ ਸੀ ਆਪਦੀਆਂ ਗੱਡੀਆਂ ਕਰਵਾ ਕੇ। ਜਦੋਂ ਇੰਦੌਰ ਆ ਗਏ ਤੇ ਇੰਦੌਰ ਨੇ ਗਾਣਾ ਹੀ ਜਾਣਦਾ, ਉਹ ਉੱਥੇ ਫਸ ਗਏ। ਡਾਕਟਰ ਅਮਰ ਸਿੰਘ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਰਹੇ ਹੈ IAS ਆਫੀਸਰ। ਜੀ ਜੀ। ਇੰਦੌਰ ਮੱਧ ਪ੍ਰਦੇਸ਼ ਆ ਗਿਆ, ਉਹ ਮਹਾਰਾਸ਼ਟਰ ਆ ਗਿਆ। ਉਹ ਕਹਿੰਦੇ ਵੀ ਮੈਂ ਉਹਨਾਂ ਨਾਲ ਗੱਲਬਾਤ ਕਰਕੇ, ਜਿਹੜਾ ਉੱਥੇ ਦਾ ਚੀਫ ਸੈਕਟਰੀ ਹੈ ਉਹ ਵੀ ਉਹਨਾਂ ਦਾ ਬੈਚਮੇਟ ਹੈ, ਉਹਨਾਂ ਦੇ ਨਾਲ ਦਾ ਹੀ ਹੈ, ਸਾਥੀ ਹੈ ਪੁਰਾਣਾ, ਕਿਉਂਕਿ ਉਹ ਵੀ ਸਰਦਾਰ ਹੈ, ਇਹ ਵੀ ਸਰਦਾਰ ਸੀ। ਡਾਕਟਰ ਅਮਰ ਸਿੰਘ ਦਾ ਆਪਾਂ ਨੂੰ ਪਤਾ ਵੀ ਉਹ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦਾ ਪਾਰਲੀਮੈਂਟ ਮੈਂਬਰ ਹੈ। ਜੀ ਜੀ। ਹੁਣ ਆ ਗਈ ਗੱਲ ਆ ਵੀ ਇਹਦਾ ਕੀ ਕੀਤਾ ਜਾਵੇ। ਇਹਦੇ 'ਚ ਕੀ ਹੋਇਆ ਕਿ ਭਾਰਤ ਸਰਕਾਰ ਨੇ ਸ਼ਾਇਦ ਪਰਸੋਂ ਪ੍ਰਵਾਨਗੀ ਦੇ ਦਿੱਤੀ। ਅੱਛਾ ਜੀ। ਪਰਸੋਂ ਪ੍ਰਵਾਨਗੀ ਦੇ ਕੇ ਜਿਹੜਾ ਲੈਟਰ ਭੇਜਿਆ ਨਾ, ਉਸ ਲੈਟਰ 'ਚ ਥੋੜੀ ਜਿਹੀ ਗਲਤੀ ਰਹਿ ਗਈ। ਉਸ ਲੈਟਰ ਦੇ ਵਿੱਚ ਸ਼ਬਦ ਪਾਤਾ NRI। ਅੱਛਾ ਜੀ। ਹੁਣ NRI ਤਾਂ ਹੈ ਨਹੀਂ ਗੇ, ਹਾਂ, ਹੈ ਤਾਂ ਉਹ ਇੰਡੀਅਨ। ਉਹਦੇ ਤੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਸੀ ਉਹਨਾਂ ਨੇ ਕਲੈਰੀਫਿਕੇਸ਼ਨ ਵਾਸਤੇ ਫੇਰ ਭੇਜਤਾ ਜੀ ਆ ਕਿਰਪਾ ਕਰਕੇ ਤੈਨੂੰ ਠੀਕ ਕਰ ਦਿਓ। ਖਬਰ ਉਸ ਵੇਲੇ ਆ ਗਈ ਸੀ ਕਿ ਜੀ ਕਿਸੇ ਵੇਲੇ ਵੀ ਇਹ ਲੋਕ ਆ ਸਕਦੇ ਹੈ। ਤੇ ਬੀਬਾ ਜੀ ਨੇ ਨਾਲ ਦੀ ਨਾਲ ਹੀ ਇਹ ਗੱਲ ਕਹਿਤਾ ਜੀ ਮੈਂ ਕਰਵਾਤਾ ਸਾਰਾ ਪ੍ਰਬੰਧ ਉੱਥੋਂ, ਤੇ ਬੱਸਾਂ ਚਾਹੀਦੀਆਂ ਪੰਜਾਬ ਸਰਕਾਰ ਨੂੰ ਵੀ ਇਹ ਪ੍ਰਬੰਧ ਕਰੇ। ਜੇ ਇਹ ਨਹੀਂ ਕਰ ਸਕਦੇ ਫਿਰ ਅਸੀਂ ਤਾਂ ਕੁਛ ਨਾ ਕੁਛ ਕਰਾਂਗੇ। ਕੱਲ ਜਦੋਂ ਸਾਰਾ ਕੁਛ ਕਲੀਅਰ ਹੋ ਕੇ ਆ ਗਿਆ ਜੀ, ਉਧਵ ਠਾਕਰੇ ਨੇ ਇਨਫੋਰਮ ਕਰਤਾ ਕੈਪਟਨ ਅਮਰਿੰਦਰ ਸਿੰਘ। ਸੀਐਮ ਨੇ ਤਾਂ ਸੀਐਮ ਨੂੰ ਹੀ ਕਰਨਾ, ਸੀਐਮ ਨੂੰ ਕਰਨ ਨਾਲੇ ਉਹਨਾਂ ਦੇ ਰਿਲੇਸ਼ਨ ਹੈ ਜੀ। ਜੇ ਉੱਥੇ ਤੁਹਾਡੀ NDA ਦੀ ਸਰਕਾਰ ਹੁੰਦੀ ਤਾਂ ਉਹਨਾਂ ਨੇ ਜ਼ਰੂਰ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ ਤੇ ਬੀਬਾ ਜੀ ਨੂੰ ਕਹਿਣਾ ਸੀਗਾ। ਲੇਕਿਨ ਇਹ ਤਾਂ ਸਰਕਾਰ ਉੱਥੇ ਜਿਹੜੀ ਹੈਗੀ ਹੈ NDA ਦੀ ਹਮਾਇਤ ਵਾਲੀ ਹੈ ਹੁਣ ਜੀ, ਕਾਂਗਰਸ ਪਾਰਟੀ ਦੀ ਹਮਾਇਤ ਵਾਲੀ ਹੈ। ਉਧਵ ਠਾਕਰੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਤਾ ਕਿ ਭਾਈ ਸਾਹਿਬ ਗੱਲ ਐ ਕਰਕੇ ਵੀ ਅਸੀਂ ਤੁਹਾਡੇ ਲੋਕਾਂ ਨੂੰ ਭੇਜਣ ਦਾ ਪ੍ਰਬੰਧ ਕਰ ਲਿਆ ਜੀ। 1:52 ਤੇ ਕੱਲ ਬਾਅਦ ਦੁਪਹਿਰ 1:52 ਤੇ ਕੈਪਟਨ ਅਮਰਿੰਦਰ ਸਿੰਘ ਟਵੀਟ ਕਰਦਾ ਹੈ ਕਿ ਮੈਨੂੰ ਉਧਵ ਠਾਕਰੇ ਨੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਇਨਫੋਰਮ ਕਰਤਾ ਹੈ, ਮੈਂ ਹੁਕਮ ਦਿਨਾ ਪੰਜਾਬ ਦੇ ਚੀਫ ਸੈਕਟਰੀ ਨੂੰ ਕਿ ਇਹਨਾਂ ਬੰਦਿਆਂ ਨੂੰ ਵਾਪਸ ਲਿਆਉਣ ਦੇ ਲਈ ਜਿਹੜਾ ਕਨਵੇਨਸ ਦਾ ਪ੍ਰਬੰਧ ਕੀਤਾ ਜਾਵੇ ਜੀ। ਔਰ ਇਹ ਜਿਹੜਾ ਖਰਚਾ ਆਊਗਾ ਸਾਰੇ ਦਾ ਸਾਰਾ ਖਰਚਾ, ਇਹ ਖਰਚਾ ਪੰਜਾਬ ਸਰਕਾਰ ਬਰਦਾਸ਼ਤ ਕਰੂਗੀ। ਉਹ ਸਾਡੇ ਨਾਗਰਿਕ ਹੈ ਜੀ, ਉਹ ਬਾਹਰ ਫਸੇ ਹੋਏ, ਉਹਨਾਂ ਨੂੰ ਪੰਜਾਬ ਲੈ ਕੇ ਆਉਣਾ ਹੈ। ਜਿਹੜੀਆਂ ਉਹਨਾਂ ਦੀਆਂ ਗੱਡੀਆਂ ਦਾ, ਜੋ ਬੱਸਾਂ ਦਾ ਜਿਹੜਾ ਵੀ ਖਰਚਾ ਹੁੰਦਾ ਉਹ ਸਾਰਾ ਕਰਨਾ ਹੈ। ਲਓ ਜੀ, ਕੈਪਟਨ ਅਮਰਿੰਦਰ ਸਿੰਘ ਨੇ ਜੋ ਟਵੀਟ ਕਰਤਾ, ਟਵੀਟ ਤਾਂ ਹੁਣ ਇੱਕ ਦੂਜੇ ਦੇ ਪੜ੍ਹਦੇ ਹੀ ਹੈ ਜੀ। ਪਤਾ ਲੱਗਦਾ ਹੈ
ਔਰ ਇਹ ਤੋਂ 24 ਮਿੰਟ ਬਾਅਦ ਫਿਰ ਬੀਬਾ ਜੀ ਦਾ ਟਵੀਟ ਆ ਗਿਆ। ਬੀਬਾ ਜੀ ਕਹਿੰਦੀ ਵੀ ਮੈਂ ਇਸ ਵੇਲੇ ਦਿੱਲੀ ਪਹੁੰਚ ਗਈ ਹਾਂ। ਇੱਥੋਂ ਪਹੁੰਚ ਵੀ ਗਏ। ਹਾਂਜੀ, ਤੇ ਮੈਂ ਅਮਿਤ ਸ਼ਾਹ ਦਾ ਧੰਨਵਾਦ ਕਰ ਰਹੀ ਹਾਂ ਕਿ ਅਮਿਤ ਸ਼ਾਹ ਜੀ ਤੁਸੀਂ ਬਹੁਤ ਵਧੀਆ ਕੀਤੀ। ਤੇ ਅਮਿਤ ਸ਼ਾਹ ਨੇ ਕਹਿੰਦੀ ਮੈਨੂੰ ਦੱਸਤਾ ਕਿ ਮੈਂ ਹੁਕਮ ਦੇਤਾ ਹੈ ਉਧਮ ਠਾਕਰੇ ਨੂੰ ਕਿ ਇਹਨਾਂ ਬੰਦਿਆਂ ਨੂੰ ਦਿਓ, ਤੇ ਉਹ ਹੋ ਜਾਣਾ ਸਾਰਾ ਕੁਝ। ਹੁਣ ਸਵਾਲ ਇਹ ਹੁੰਦਾ ਹੈ ਕਿ ਵੀ ਇਹ ਜਦੋਂ ਕੈਪਟਨ ਨੂੰ ਉਧਮ ਠਾਕਰੇ ਨੇ ਦੱਸਤਾ, ਉਦੋਂ ਬਾਅਦ ਫਿਰ ਉਹਨੇ ਇੱਧਰ ਦੱਸਣਾ ਸੀ। ਫਿਰ ਬੀਬੀ ਜੀ ਦੀ ਇੱਕ ਤੁਸੀਂ ਹੋਰ ਦੇਖੀ ਹੋਣੀ, ਇੱਕ ਅੱਜ ਕੱਲ੍ਹ ਉਹਨਾਂ ਨੇ ਤਕਰੀਰ ਕਰਦੇ, ਅੱਗੇ ਹੁੰਦੀ ਸੀ ਉਹਨਾਂ ਦੀ ਜਿਹੜੀ ਸੰਬੋਧਨ ਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ, ਹੁਣ ਉਹ ਸਤਿ ਸ੍ਰੀ ਅਕਾਲ ਤੋਂ ਹੈ। ਅੱਛਾ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਮੈਂ ਸਾਰੀ ਗੱਲ ਕੀਤੀ। ਮੈਂ ਤਾਂ ਕਹਿੰਦੀ ਬਹੁਤ ਪਹਿਲਾਂ ਚਿੱਠੀ ਲਿਖਤੀ ਸੀ, 12 ਨੂੰ ਲਿਖਤੀ ਸੀ ਸ਼ਾਇਦ, 12 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ। ਫਿਰ ਉਹ ਉੱਧਰ ਆ ਗਈ ਜੀ। ਫਿਰ ਜੀ ਉਹਨਾਂ ਨੇ ਜਿਹੜਾ ਹੈ ਮਹਾਰਾਸ਼ਟਰ ਦੇ ਚੀਫ ਸੈਕਟਰੀ ਨਾਲ ਗੱਲ ਕੀਤੀ, ਉੱਥੇ ਗੱਲ ਨਾ ਬਣੇ ਜੀ। ਫਿਰ ਸੁਖਵੀਰ ਜੀ ਨੇ ਗੱਲ ਕੀਤੀ, ਫਿਰ ਉਧਮ ਠਾਕਰੇ ਦੇ ਨਾਲ ਵੱਡੇ ਬਾਦਲ ਸਾਹਿਬ ਨੇ ਗੱਲ ਕੀਤੀ, ਫਿਰ ਸਾਰਾ ਕੁਝ ਹੋਇਆ। ਕੱਲ੍ਹ ਉਹਨਾਂ ਦਾ ਜਿਹੜੀ ਇੱਕ ਹੋਰ ਆ ਗਈ ਸੀ, ਕੱਲ੍ਹ ਉਹ ਕਹਿੰਦੀ ਸੀ ਜੀ ਗੱਲ ਇਹ ਹੈ ਕਿ ਮੈਂ ਬੇਨਤੀ ਕਰਦੀ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਅਕਾਲੀ ਦਲ ਨੇ ਬੱਸਾਂ ਤਿਆਰ ਖੜੀਆਂ ਕੀਤੀਆਂ ਹੋਈਆਂ। ਅੱਛਾ ਜੀ। ਤੇ ਸਾਨੂੰ ਪ੍ਰਵਾਨਗੀ ਦਿਓ ਕਿ ਵੀ ਅਸੀਂ ਬੱਸਾਂ ਉੱਧਰ ਭੇਜ ਦਈਏ। ਹੁਣ ਗੱਲ ਜਿਹੜੀਆਂ ਬੱਸਾਂ ਉੱਧਰ ਭੇਜਣੀਆਂ ਉਹਦੀ ਤਾਂ ਕੈਪਟਨ ਅਮਰਿੰਦਰ ਸਿੰਘ ਪ੍ਰਵਾਨਗੀ ਦੇ ਹੀ ਨਹੀਂ ਸਕਦਾ। ਦੇ ਹੀ ਨਹੀਂ ਸਕਦਾ। ਕੱਲ ਆਪਾਂ ਵੇਖਿਆ ਹੀ ਉੱਥੋਂ ਮੁੜ ਕੇ ਆਏ ਤਰਨ ਤੋਂ ਪੰਜਾਬ ਵਾਲਿਆਂ ਨੇ ਤਾਂ ਆਪਦੇ ਬੰਦੇ ਚੜਾ ਕੇ ਭੇਜਤੇ ਸੀ ਵੀ ਅਸੀਂ ਦੇ ਦਿੰਦੇ, ਉਹ ਨਹੀਂ ਵੜਨ, ਨਹੀਂ ਵੜਨ, ਉਹ ਕਸ਼ਮੀਰ ਵਾਲੇ ਨਹੀਂ ਵੜਨ ਦੇ, ਇੱਥੋਂ ਹਰਿਆਣਾ ਵਾਲੇ ਨਹੀਂ ਟੱਪਣ ਦੇਣਗੇ, ਨਾ ਜਾਂ ਰਾਜਸਥਾਨ ਵਾਲੇ ਨਹੀਂ ਟੱਪਣ, ਨਾ ਰਾਜਸਥਾਨ ਵਾਲੇ ਨਹੀਂ ਟੱਪਣ ਦੇਣਗੇ। ਜੇ ਪ੍ਰਵਾਨਗੀ ਦੇਣੀ ਹੈ ਤਾਂ ਸੈਂਟਰ ਨੇ ਦੇਣੀ ਹੈ ਜਾਂ ਉੱਥੋਂ ਦੀ ਸਰਕਾਰ ਨੇ ਦੇਣੀ ਹੈ। ਉਹਨਾਂ ਦੇ ਕੁਆਰੰਟੀਨ ਕਰਾਉਣਾ, ਕੀ ਕਰਾਉਣਾ, ਮੈਡੀਕਲ ਵਗੈਰਾ ਉਹਨਾਂ ਦਾ ਸਾਰਾ ਕੁਝ ਹੋਣਾ, ਕਰਾਉਣਾ। ਸੋ ਇਸ ਕਰਕੇ ਮਤਲਬ ਜਿਹੜੀ ਹੈ ਨਾ ਹੁਣ ਜਿਹੜੀ ਹੈ ਜੰਗ, ਇਹ ਸ਼ਾਬਾਸ਼ ਲੈਣ ਵਾਸਤੇ ਕਿ ਮੈਂ ਕੀਤਾ ਜੀ, ਮੈਂ ਕੀਤਾ। ਪਰ ਲੋਕਾਂ ਨੂੰ ਪਤਾ ਜੀ ਢਿੱਲੋਂ ਸਾਹਿਬ, ਹੁਣ ਉਹ ਤਾਂ ਗੱਲ ਹੈ ਨਹੀਂ ਵੀ ਅਖਬਾਰ ਕੋਈ ਉਸ 'ਚ ਛਪ ਗਈ, ਉਸ 'ਚ ਛਪ ਗਈ, 2 ਮਿੰਟਾਂ 'ਚ ਉਹਨਾਂ ਕੱਢ ਕੇ ਅਗਲਾ 19 ਕੁ ਚੀਜ਼ ਪਾ ਦਿੰਦਾ ਨਾ। ਸਾਰਾ ਪਤਾ ਜੀ ਲੋਕਾਂ ਨੂੰ, ਲੋਕ ਭੁੱਲੇ ਹੋਏ ਨਹੀਂ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਬੜਾ ਸਖਤ ਫੈਸਲਾ ਲਿਆ ਜੀ ਇੱਕ ਕੇਂਦਰ ਸਰਕਾਰ ਨੇ, ਕਹਿੰਦੇ ਮੈਡੀਕਲ ਸਟਾਫ ਤੇ ਹਮਲਾ ਕਰਨ ਵਾਲਿਆਂ ਦੀ ਇੱਕ ਖੈਰ ਨਹੀਂ ਹੁਣ। ਬਿਲਕੁਲ ਜੀ। ਇਹ 123 ਸਾਲ ਪਹਿਲਾਂ ਜਿਹੜਾ ਮਹਾਮਾਰੀ ਕਾਨੂੰਨ ਬਣਿਆ ਸੀ ਜੀ, ਉਹਦੇ ਵਿੱਚ ਪ੍ਰਬੰਧ ਕੋਈ ਸਵਾਰ ਕੇ ਕੀਤਾ ਨਹੀਂ ਸੀ। ਪਰ ਹੁਣ ਹੋਇਆ ਕਿ ਜਦੋਂ ਵੱਖ-ਵੱਖ ਥਾਵਾਂ ਤੇ ਡਾਕਟਰਾਂ ਤੇ ਜੀ, ਜਿਹੜੀਆਂ ਨਰਸਾਂ ਉਹਨਾਂ ਤੇ, ਉਹਨਾਂ ਦਾ ਜਿਹੜਾ ਸਹਾਇਕ ਸਟਾਫ ਹੈ ਜੀ, ਜਿਹੜਾ ਕਰੋਨਾ ਵਾਲਿਆਂ ਨੂੰ ਸਾਂਭ ਸੰਭਾਲ ਕਰਨ ਵਾਲਾ ਸਾਰਾ ਹੈ, ਉਹਨਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਕਈ ਜਿਹੜੇ ਡਾਕਟਰ ਤੇ ਨਰਸਾਂ ਜਿਹੜੇ ਕਲੋਨੀਆਂ 'ਚ ਰਹਿੰਦੇ ਸੀ, ਸੁਸਾਇਟੀਆਂ 'ਚ ਰਹਿੰਦੇ ਸੀ, ਜਦੋਂ ਉਹ ਆਪਣਾ ਕੰਮ ਕਰਕੇ ਘਰਾਂ ਨੂੰ ਜਾਂਦੇ ਸੀ ਤੇ ਉਦੋਂ ਵੀ ਉਹਨਾਂ ਤੇ ਆਵਾਜ਼ੇ ਕੱਸੇ ਜਾਂਦੇ ਸੀ। ਕਈ ਥਾਵਾਂ ਤੇ ਉਹਨਾਂ ਤੇ ਹਮਲੇ ਵੀ ਹੁੰਦੇ ਸੀ। ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕੁਝ ਡਾਕਟਰ ਜਿਹੜੇ ਹੈਗੇ ਆਪਦਾ ਕੰਮ ਮੁਕਾ ਕੇ ਥੋੜ੍ਹਾ ਜਿਹਾ ਵਿੱਚ ਦੀ ਰਿਫਰੈਸ਼ਮੈਂਟ ਲੈਣਾ ਸੀ, ਬਾਹਰ ਫਰੂਟ ਵਗੈਰਾ ਲੈਣ ਆ ਗਏ ਸੀ, ਹਮਲਾ ਫਿਰ ਉਹਨਾਂ ਤੇ ਵੀ ਹੋਇਆ ਸੀ। ਇੱਥੋਂ ਤੱਕ ਕਿ ਇੱਕ ਡਾਕਟਰ ਜਿਹੜਾ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦਾ ਹੋਇਆ ਖੁਦ ਵਿਚਾਰਾ ਮੌਤ ਦਾ ਸ਼ਿਕਾਰ ਹੋ ਗਿਆ ਜੀ, ਚੇਨਈ ਦੇ ਵਿੱਚ ਹੀ ਸੀ। ਜਦੋਂ ਦਾ ਸੰਸਕਾਰ ਕਰਨ ਗਏ ਉਹਨਾਂ ਲੋਕਾਂ ਤੇ ਹਮਲਾ ਹੋ ਗਿਆ ਸੀ, ਪਰਿਵਾਰਕ ਮੈਂਬਰਾਂ ਤੇ। ਇਹਦੇ ਤੇ ਫਿਰ IMA ਜੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਫੈਸਲਾ ਕਰ ਲਿਆ ਕਿ ਅੱਜ ਦੇ ਦਿਨ ਸਾਰੇ ਦੇਸ਼ ਦੇ ਵਿੱਚ ਸੰਕੇਤਕ ਪ੍ਰੋਟੈਸਟ ਕੀਤੇ ਜਾਣਗੇ ਜੀ, ਕਿਉਂਕਿ ਵੈਸੇ ਤਾਂ ਮਹਾਮਾਰੀ ਫੈਲੀ ਹੋਈ ਹੈ, ਚੰਗਾ ਨਹੀਂ ਲੱਗਦਾ ਹੜਤਾਲ ਤੇ ਜਾਣਾ ਜਿੱਥੇ ਤੁਸੀਂ ਕੋਈ ਮੁਜ਼ਾਹਰਾ ਵਗੈਰਾ ਕਰਨਾ, ਕਿਉਂਕਿ ਮੁਲਕ ਦੇ ਸਾਹਮਣੇ ਇੱਕ ਬਹੁਤ ਵੱਡਾ ਸੰਕਟ ਹੈ। ਪਰ ਹੁਣ ਉਹ ਵੀ ਕੀ ਕਰਨ, ਕਿਉਂਕਿ ਉਹਨਾਂ ਨੇ ਆਪਣੇ ਭਾਈਚਾਰਾ ਜਿਹੜਾ ਮਨੁੱਖਤਾ ਦੀ ਖਾਤਰ ਜੂਝ ਰਿਹਾ ਜੀ, ਉਹਦੀ ਵੀ ਤਾਂ ਨੁਮਾਇੰਦਗੀ ਕਰਦੇ ਹੈ। ਫਿਰ ਕੱਲ੍ਹ ਜੀ ਆਨੰਦ ਫਾਨਨ ਦੇ ਵਿੱਚ ਅਮਿਤ ਸ਼ਾਹ ਜਿਹੜੇ ਸਾਡੇ ਗ੍ਰਹਿ ਮੰਤਰੀ ਹੈ, ਉਹਨਾਂ ਨੇ ਗੱਲ ਕੀਤੀ। ਉਹਨਾਂ ਦੇ ਨਾਲ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਡਾ ਅਸੀਂ ਕੁਝ ਕਰਦੇ ਹੋ। ਉਹਨਾਂ ਨੇ ਵਧੀਆ ਕੀਤਾ, ਉਹਨਾਂ ਨੇ ਫੈਸਲਾ ਕਰ ਲਿਆ ਵੀ ਕਿਉਂਕਿ ਮੁਲਕ ਦੇ ਵਿੱਚ ਇਸ ਕਿਸਮ ਦੀ ਗੱਲ ਹੋਈ ਹੈ ਤੇ ਉਹਨਾਂ ਨੇ ਜੀ ਇਹ ਪ੍ਰੋਗਰਾਮ ਹੈ ਜਿਹੜਾ ਰੱਦ ਕਰਤਾ। ਉਹ ਤੋਂ ਬਾਅਦ ਫਿਰ ਬਾਅਦ ਦੁਪਹਿਰ ਇੱਕ ਆਰਡੀਨੈਂਸ ਤਿਆਰ ਹੋ ਗਿਆ। ਹਾਂਜੀ, ਉਸ ਆਰਡੀਨੈਂਸ ਦੇ ਵਿੱਚ ਉਹਨਾਂ ਨੇ ਜਿਹੜੀ ਹੈਗੀਆਂ ਸਜ਼ਾਵਾਂ ਰੱਖੀਆਂ ਕਿ ਮੈਕਸੀਮਮ ਸਜ਼ਾ ਜਿਹੜੀ ਹੈਗੀ ਹੈ ਉਹ 7 ਸਾਲ ਹੋਊਗੀ। ਅੱਛਾ ਜੀ। ਤੇ 5 ਲੱਖ ਤੱਕ ਦਾ ਜੁਰਮਾਨਾ ਹੋਊਗਾ ਜੇ ਕਿਸੇ ਡਾਕਟਰ ਦੇ ਗੰਭੀਰ ਸੱਟ ਲੱਗਦੀ ਹੈ, ਪੈਰਾਮੈਡੀਕਲ ਦੇ ਕਿਸੇ ਬੰਦੇ ਦੇ ਲੱਗਦੀ ਹੈ, ਨਰਸ ਹੈ ਚਾਹੇ ਉਹ, ਚਾਹੇ ਆਸ਼ਾ ਵਰਕਰ ਹੈ, ਉਹਦੇ ਵਿੱਚ 7 ਸਾਲ ਦੀ ਕੈਦ ਤੇ 5 ਲੱਖ ਰੁਪਇਆ ਜੁਰਮਾਨਾ। ਜੇ ਇਹ ਮੈਕਸੀਮਮ ਹੈ ਤੇ ਸ਼ੁਰੂ ਕਿੱਥੋਂ ਹੁੰਦਾ ਹੈ? ਸ਼ੁਰੂ ਹੁੰਦਾ ਜੀ 5 ਮਹੀਨਿਆਂ ਤੋਂ। ਅੱਛਾ ਜੀ। ਵੀ 5 ਮਹੀਨੇ ਤੋਂ ਲੈ ਕੇ 7 ਸਾਲ ਤੱਕ ਦੀ ਕੀਤੀ ਜਾ ਸਕਦੀ ਹੈ ਜੇ ਕਿਸੇ ਨਾਲ ਆਪਾਂ ਵੈਸੇ ਧੱਕਾ ਮੁੱਕੀ ਕਰਦੇ ਹਾਂ, ਕੋਈ ਗੰਭੀਰ ਸੱਟ ਨਹੀਂ ਵੱਜਦੀ, ਜਾਂ ਉਹ ਬੰਦਾ ਆਪਦੀ ਕਲੋਨੀ 'ਚ ਜਾਂਦਾ ਹੈ, ਉੱਥੇ ਮਕਾਨ ਮਾਲਕ ਜਾਂ ਗੁਆਂਢੀ ਉਹਦੇ ਨਾਲ ਮਿਸਬਿਹੇਵ ਕਰਦਾ, ਡਾਕਟਰ ਨਾਲ, ਆਸ਼ਾ ਵਰਕਰ ਨਾਲ, ਨਰਸ ਨਾਲ, ਪੈਰਾਮੈਡੀਕਲ ਸਟਾਫ ਨਾਲ, ਹੋਰ ਜਿਹਦੇ ਨਾਲ ਵੀ ਜੀ,
ਤਾਂ ਵੀ ਮਤਲਬ ਜਿਹੜਾ ਹੈਗਾ ਉਹਦੇ ਤੇ ਉਹੀ ਕੁਝ ਹੋਊਗਾ। ਇਹ ਕੱਲ੍ਹ ਇਹ ਆਰਡੀਨੈਂਸ ਜਿਹੜਾ ਹੈ ਮੰਤਰੀ ਮੰਡਲ ਨੇ ਇਹਨੂੰ ਪ੍ਰਵਾਨਗੀ ਦੇ ਕੇ ਰਾਸ਼ਟਰਪਤੀ ਸਾਹਿਬ ਕੋਲ ਭੇਜਤਾ ਸੀ ਅੱਛਾ ਜੀ। ਕਿ ਲਓ ਜੀ ਰਾਸ਼ਟਰਪਤੀ ਸਾਹਿਬ ਤੁਸੀਂ ਹੁਣ ਇਹ ਤੇ ਮੋਹਰ ਲਾ ਦਿਓ। ਆਰਡੀਨੈਂਸ ਆਪਾਂ ਜਾਣਦੇ ਹਾਂ ਕਿਉਂਕਿ ਪਾਰਲੀਮੈਂਟ ਦਾ ਹੁਣ ਸੈਸ਼ਨ ਚੱਲ ਨਹੀਂ ਰਿਹਾ। ਜੀ ਬਿਲਕੁਲ। ਪਾਰਲੀਮੈਂਟ ਦੇ ਜਿਹੜੇ 2 ਸੈਸ਼ਨਾਂ ਦੇ ਦਰਮਿਆਨ ਜੇ ਕੋਈ ਕੈਬਨਿਟ ਫੈਸਲਾ ਲੈਂਦੀ ਹੈ ਤਾਂ ਉਹਨੂੰ ਅਸੀਂ ਆਰਡੀਨੈਂਸ ਕਹਿ ਦਿੰਦੇ, ਮੁੜ ਕੇ ਉਹ ਕਾਨੂੰਨ 'ਚ ਬਦਲ ਜਾਂਦਾ ਹੈ ਜੀ। ਅਗਾਂਹ ਇਹਨੂੰ ਪਾਰਲੀਮੈਂਟ ਦੇ ਵਿੱਚ ਮੇਰਾ ਖਿਆਲ ਹੈ ਵੀ ਕੋਈ ਵੀ ਪੋਲੀਟੀਕਲ ਪਾਰਟੀ ਦਾ ਵਿਰੋਧ ਨਹੀਂ ਕਰੂਗੀ, ਸਰਬਸੰਮਤੀ ਨਾਲ ਹੀ ਇਹਨੇ ਪਾਸ ਹੋ ਜਾਣਾ। ਤੇ ਇਹ ਕਾਨੂੰਨ ਜਿਹੜਾ ਜੀ ਹੁਣ ਬਣ ਗਿਆ। ਹੁਣ ਖੈਰ ਨਹੀਂ ਜਿਨ੍ਹਾਂ ਲੋਕਾਂ ਨੇ ਡਾਕਟਰਾਂ ਤੇ ਹਮਲੇ ਕੀਤੀ, ਪਰ ਅੱਜ ਫੇਰ ਖਬਰ ਆ ਗਈ ਹੈ ਕਿ ਦੇਸ਼ ਦੇ 1-2 ਹਿੱਸਿਆਂ ਦੇ ਵਿੱਚ ਫੇਰ ਡਾਕਟਰਾਂ ਤੇ ਹਮਲੇ ਹੋ ਗਏ। ਅੱਛਾ ਜੀ। ਉਹ ਮਤਲਬ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਵੀ ਮੂੜ ਮੱਤ ਵਾਲੇ ਲੋਕ ਹੈ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਜਿਹੜੇ ਬੰਦੇ ਆਪਣੇ ਬੱਚਿਆਂ ਨੂੰ ਛੱਡੀ ਬੈਠੇ ਹੈ, ਕਿੰਨੀਆਂ ਨਰਸਾਂ ਕਿੰਨੇ ਡਾਕਟਰ ਹੈ ਜਿਹੜੇ ਉਹ ਇਕਾਂਤ ਵਾਸਤੇ ਵਿੱਚ ਰਹਿੰਦੇ ਹੈ, ਅਲੱਗ-ਅਲੱਗ ਪਰਿਵਾਰਾਂ ਨੂੰ ਨਹੀਂ ਮਿਲਦੇ ਜਾ ਕੇ ਕਿ ਜੀ ਅਸੀਂ ਇੱਕ ਯੁੱਧ ਦੇ ਵਿੱਚ, ਜੰਗ ਦੇ ਵਿੱਚ ਬੜੇ ਹੋਏ ਹਾਂ, ਇਹ ਜੰਗ ਆਰ ਜਾਂ ਪਾਰ ਤੇ ਲੜਾਈ ਲੜਨੀ ਹੈ, ਅਸੀਂ ਕਰੋਨਾ ਨੂੰ ਹਰਾਉਣਾ ਹੈ। ਜੇ ਆਪਾਂ ਦੇਖੀਏ ਚਾਈਨਾ ਵਾਲੇ ਜਾਂ ਨਿਊਜ਼ੀਲੈਂਡ ਵਾਲੇ, ਨਿਊਜ਼ੀਲੈਂਡ ਵਾਲੇ ਵੀ ਕਰੀਬ ਮਤਲਬ ਕਿ ਕਰੋਨਾ ਨੂੰ ਹਰਾਉਣ ਦੇ ਨੇੜੇ ਪਹੁੰਚ ਗਏ। ਉਹ ਜਿਹੜੇ ਹੈਗੇ ਲੱਗੇ, ਉਹ ਕਿਉਂ ਹੈ? ਕਿਉਂਕਿ ਉਹਨਾਂ ਦੇ ਲੋਕਾਂ ਨੇ ਸਹਿਯੋਗ ਦਿੱਤਾ, ਜਿਹੜੇ ਉਹਨਾਂ ਦਾ ਮੈਡੀਕਲ ਅਮਲਾ ਉਹਨਾਂ ਨੇ ਸਹਿਯੋਗ ਦਿੱਤਾ, ਪੋਲੀਟੀਕਲ ਧਿਰਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਹਦਾ ਮੁਕਾਬਲਾ ਕੀਤਾ ਤਾਂ ਜਾ ਕੇ ਸਾਰਾ ਕੁਝ ਹੋਇਆ। ਸੋ ਸਾਡਾ ਦੇਸ਼ ਬਹੁਤ ਵੱਡਾ ਹੈ। ਸਾਡੇ ਦੇਸ਼ ਦੇ ਵਿੱਚ ਇਹ ਲੋਕ ਜਿਹੜੇ ਹੈਗੇ ਸਾਡੇ ਆਪ ਦੀ ਖਾਤਰ ਹੀ ਕੰਮ ਕਰਦੇ। ਬਿਲਕੁਲ ਬਗਾਨੇ ਤਾਂ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਜ਼ਹਿਰ, ਉਹ ਜ਼ਹਿਰ ਮਨਾਂ ਚੋਂ ਕੱਢ ਦੇਣਾ ਚਾਹੀਦਾ ਹੈ ਜੀ। ਤੇ ਢਿੱਲੋਂ ਸਾਹਿਬ ਗੱਲ ਕਰੀਏ ਤਾਂ ਇੱਕ ਜਲਦੀ ਨਾਲ ਕਹਿੰਦੇ ਐਸਪੀ ਨੇ ਬੀਜੇਪੀ ਦੇ ਵਿਧਾਇਕ ਨੂੰ ਨਵਾਦਾ ਦੇ ਐਸਪੀ ਨੇ ਐਸਡੀਐਮ, ਹਾਂਜੀ ਉੱਥੇ ਐਸਐਸਪੀ ਹੁੰਦਾ ਨਾ ਐਸਡੀਐਮ ਜੀ, ਐਸਡੀਐਮ ਅੱਛਾ ਜੀ, ਐਸਡੀਐਮ ਨੇ ਐਮਰਜੈਂਸੀ ਕਰਫਿਊ ਪਾਸ ਦਿੱਤਾ ਤੇ ਉਹਨੇ ਕਹਾ ਕੀ ਕੀਤਾ ਜੀ ਫਿਰ? ਉਹ ਅਸਲ 'ਚ ਇੱਕ ਐਮਰਜੈਂਸੀ ਕਰਫਿਊ ਪਾਸ ਜਿਹੜਾ ਦਿੱਤਾ ਹੈ ਬੀਜੇਪੀ ਦਾ ਐਮਐਲਏ ਸੀ ਜੀ। ਇਹਦੀ ਬੱਚੀ ਹੈ 17 ਸਾਲਾਂ ਦੀ। ਕੋਟਾ 'ਚ ਉਹ ਕੋਚਿੰਗ ਲੈਣ ਵਾਸਤੇ ਗਈ ਸੀ ਜੀ, ਕਿਉਂਕਿ ਕੋਟੇ ਦੇ ਵਿੱਚ ਮੇਰਾ ਖਿਆਲ ਹੈ ਵੀ ਤੁਹਾਨੂੰ ਜ਼ਿਆਦਾ ਪਤਾ ਹੋਣਾ, ਮੈਂ ਤਾਂ ਸਾਰੇ ਉੱਥੇ ਜ਼ਿਆਦਾ ਮਤਲਬ ਜਿਹੜਾ ਹੈਗਾ ਜਿਨ੍ਹਾਂ ਬੱਚਿਆਂ ਨੇ ਐਗਜ਼ਾਮ ਦੀ ਤਿਆਰੀ ਕਰਨੀ ਹੁੰਦੀ ਹੈ, ਚਾਹੇ ਮੈਡੀਕਲ ਦੀ ਹੋਵੇ ਚਾਹੇ ਇੰਜੀਨੀਅਰਿੰਗ ਦੀ ਹੋਵੇ, ਉਹ ਉੱਥੇ ਜਾਂਦੇ। ਲਾਕਡਾਊਨ ਲੱਗ ਗਿਆ ਤੇ ਇਹਨਾਂ ਨੇ ਤਾਂ ਯੂਪੀ ਵਾਲਿਆਂ ਨੇ ਤਾਂ ਆਪਦੀਆਂ ਬੱਸਾਂ ਭੇਜਤੀਆਂ ਸੀ, ਆਪਣੇ ਬੰਦੇ ਬੁਲਾ ਲਏ। ਨਤੀਸ਼ ਕੁਮਾਰ ਜਿਹੜੇ ਉੱਥੇ ਦੇ ਮੁੱਖ ਮੰਤਰੀ ਹੈ ਜੀ, ਉਹਨੇ ਜਵਾਬ ਦਿੱਤਾ ਸੀ, ਉਹਨੇ ਕਿਹਾ ਸੀ ਜੀ ਮੈਂ ਬੱਸਾਂ ਨਹੀਂ ਭੇਜੂੰਗਾ ਬਿਹਾਰ ਦੇ ਮੁੱਖ ਮੰਤਰੀ ਦੀ, ਕਿਉਂਕਿ ਜਿਹੜੀ ਲਾਕਡਾਊਨ ਦੀ ਸਪਿਰਿਟ ਹੈ ਜੀ, ਜਿਹੜਾ ਉਹਦਾ ਸਿਧਾਂਤ ਹੈ, ਇਹ ਉਹਦੇ ਨਾਲ ਖਿਲਵਾੜ ਕਰਨ ਦੇ ਤੁੱਲ ਹੈ। ਇਸ ਕਰਕੇ ਮੈਂ ਨਹੀਂ ਦੇਊਂਗਾ, ਅਸੀਂ ਨਹੀਂ ਦੇਣਾ। ਹੁਣ ਬੀਜੇਪੀ ਦਾ ਐਮਐਲਏ ਸਾਹਿਬ ਜੀ ਤੇ ਸਰਕਾਰ ਦੇ ਵਿੱਚ ਹਿੱਸੇਦਾਰ ਹੈ ਬੀਜੇਪੀ, ਡਿਪਟੀ ਮੁੱਖ ਮੰਤਰੀ ਉਹਨਾਂ ਦਾ, ਕੋਲੀਸ਼ਨ ਸਰਕਾਰ ਹੈ। ਉਹਨੂੰ ਜਿਹੜੀ ਬੱਚੇ ਦਾ ਮੋਹ ਹੁੰਦਾ ਹੈ, ਉਹ ਆਪਦੀ ਥਾਂ ਤੇ ਉਹਨੇ ਐਸਡੀਐਮ ਨੂੰ ਕਿਹਾ ਜੀ ਮੈਨੂੰ ਦਿਓ ਕਰਫਿਊ ਪਾਸ। ਐਸਡੀਐਮ ਨੇ ਕਰਫਿਊ ਪਾਸ ਬਣਾਤਾ। ਮੇਰੀ ਸਮਝ ਇਹ ਹੈ ਕਿ ਐਸਡੀਐਮ ਨੇ ਆਪਦੀ ਮਰਜ਼ੀ ਨਾਲ ਨਹੀਂ ਬਣਾਇਆ ਹੋਇਆ, ਉਹਨੂੰ ਉੱਪਰੋਂ ਵੀ ਇਸ਼ਾਰਾ ਹੋਊ, ਉੱਪਰੋਂ ਹੋਊਗਾ, ਐਮਐਲਏ ਤੋਂ ਬਗੈਰ ਤਾਂ ਹੈ ਨਹੀਂ। ਲਓ ਜੀ, ਐਮਐਲਏ ਸਾਹਿਬ ਨੇ ਜਿਉਂ ਚੱਕੀ ਆਪਦੀ ਗੱਡੀ ਤੇ ਪਹੁੰਚ ਗਏ ਜੀ ਉੱਥੇ ਕੋਟੇ, ਬੇਟੀ ਨੂੰ ਲਿਆ ਨਾਲ ਤੇ ਆ ਗਏ ਜੀ। ਅਖੀਰ ਜੀ ਇਹ ਖਬਰ ਹੋ ਗਈ ਨਸ਼ਰ, ਜਾਣਕਾਰੀ ਮਿਲ ਗਈ। ਜਾਣਕਾਰੀ ਕਿਹਨੂੰ ਮਿਲੀ ਜੀ? ਲਾਲੂ ਪ੍ਰਸਾਦ ਯਾਦਵ ਦਾ ਬੇਟਾ, ਜਿਹੜਾ ਉਹਦਾ ਪੋਲੀਟੀਕਲ ਵਾਰਸ ਵੀ ਹੈ ਤੇ ਜਿਹੜਾ ਵਿਰੋਧੀ ਧਿਰ ਦਾ ਆਗੂ ਹੈ ਬਿਹਾਰ ਦੀ ਵਿਧਾਨ ਸਭਾ 'ਚ ਜੀ, ਉਹਦੇ ਧਿਆਨ 'ਚ ਆ ਗਿਆ। ਉਹ ਕਹਿੰਦਾ ਵੀ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ, ਤੁਸੀਂ ਬੁੱਧੂ ਬਣਾਈ ਜਾਂਦੇ ਹੋ, ਆਪਦੇ ਬੰਦੇ ਨੂੰ ਪਾਸ ਦੇਈ ਜਾਂਦੇ ਹੋ, ਨਾਲ ਤੁਸੀਂ ਕਹਿੰਦੇ ਵੀ ਲਾਕਡਾਊਨ ਦੀ ਭਾਵਨਾ ਤੇ ਜਿਹੜਾ ਉਹਦਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਕਰਨੀ। ਉਹਨੇ ਜੇ ਬਿਆਨ ਦੇ ਕੇ ਮਾੜਾ ਜਿਹਾ ਪਾਸੇ ਹੋਇਆ ਸੀ ਤੇ ਫਿਰ ਨਤੀਸ਼ ਕੁਮਾਰ ਦਾ ਪੁਰਾਣਾ ਆੜੀ ਸਟ੍ਰੈਟਜਿਸਟ ਜਿਹੜਾ ਜਿਹਨੇ ਸਰਕਾਰ ਬਣਵਾਉਣ 'ਚ ਬੜਾ ਵੱਡਾ ਯੋਗਦਾਨ ਪਾਇਆ ਸੀ, ਪ੍ਰਸ਼ਾਂਤ ਕਿਸ਼ੋਰ, ਤੇ ਗਾਂ ਪੱਟਾਂ ਨੂੰ ਤੇਲ ਉਹ ਵੀ ਲਾਈ ਬੈਠਾ ਸੀ ਜੀ, ਉਹ ਆ ਗਿਆ ਮੈਦਾਨ 'ਚ। ਉਹ ਕਹਿੰਦਾ ਵੀ ਆਪਣਾ ਸੁਸ਼ਾਸਨ ਬਾਬੂ ਕਿੱਥੇ ਗਿਆ ਤੇਰਾ ਸ਼ਾਸਨ? ਸੁਸ਼ਾਸਨ ਦੀ ਬਜਾਏ ਤੁਸੀਂ ਤਾਂ ਸਾਰਾ ਕੁਝ ਕਰੀ ਜਾਂਦੇ ਹੋ ਜੀ। ਨਤੀਜਾ ਕੀ ਹੋਇਆ ਜੀ? ਫਿਰ ਮਨਜ਼ੂਰੀ ਬਣ ਗਈ, ਐਸਡੀਐਮ ਨੂੰ ਤਾਂ ਸਸਪੈਂਡ ਕਰਤਾ ਤੇ ਨਾਲ ਫਿਰ ਸਵਾਲ ਹੀ ਮੁਕਾਤਾ। ਉਹ ਕਹਿੰਦੇ ਜੀ ਐਂ ਕਰੋ ਵੀ ਹੇਠਲੇ ਅਧਿਕਾਰੀ ਹੈ ਨਾ ਜਿਹੜੇ, ਇਹ ਨਹੀਂ ਹੁਣ ਦੇਣਗੇ ਕਿਸੇ ਨੂੰ ਕਰਫਿਊ ਪਾਸ। ਕਰਫਿਊ ਪਾਸ ਕੌਣ ਦੇਊਗਾ? ਸਿਰਫ ਤੇ ਸਿਰਫ ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ, ਉਹ ਦੇਊਗਾ। ਤਾਂ ਜਾ ਕੇ ਮਤਲਬ ਜਿਹੜਾ ਜੀ ਇਹ ਮਾਮਲਾ ਹੋਇਆ ਜੀ। ਤੇ ਪੱਤਰਕਾਰਾਂ ਦੀ ਮਹਾਮਾਰੀ ਦੇ ਦੌਰਾਨ ਤੁਹਾਡੇ ਆਜ਼ਾਦੀ ਹੈ ਜਿਹੜੀ ਪ੍ਰੈਸ ਦੀ, ਉਹਦੇ ਬਾਰੇ ਕੀ ਕਹਿੰਦੇ? ਵੈਸੇ ਇਸ ਵੇਲੇ ਲਾਕਡਾਊਨ ਲੱਗਿਆ ਹੋਇਆ, ਕਈ ਥਾਵਾਂ ਦੇ ਉੱਤੇ ਕਰਫਿਊ ਹੈ, ਜਿਵੇਂ ਪੰਜਾਬ ਦੇ ਵਿੱਚ ਹੈ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਲਾਕਡਾਊਨ ਲੱਗੇ ਹੋਏ ਜੀ। ਡੈਮੋਕ੍ਰੇਸੀ ਤਾਂ ਇੱਕ ਕਿਸਮ ਦੀ ਸਸਪੈਂਡ ਹੈ, ਕਿਉਂਕਿ ਅਸੀਂ
ਕੋਈ ਜਲਸਾ ਨਹੀਂ ਕਰ ਸਕਦੇ, ਜਲੂਸ ਨਹੀਂ ਕਰ ਸਕਦੇ, ਮੁਜ਼ਾਹਰਾ ਨਹੀਂ ਕਰ ਸਕਦੇ। ਜੀ ਜਿਵੇਂ ਐਮਰਜੈਂਸੀ ਲੱਗੀ ਹੁੰਦੀ ਹੈ, ਐਮਰਜੈਂਸੀ ਦੇ ਵਿੱਚ ਸਾਰੇ ਜਿਹੜੇ ਹੈਗੇ ਤੁਹਾਡੇ ਸੰਵਿਧਾਨਕ ਹੱਕ ਹਕੂਕ ਉਹ ਸਸਪੈਂਡ ਹੋ ਜਾਂਦੇ। ਜੀ ਉਵੇਂ ਜਿਵੇਂ ਸਸਪੈਂਸ਼ਨ ਦੇ ਮੋਡ ਦੇ ਵਿੱਚ ਇਸ ਵੇਲੇ ਸਾਰੀ ਦੁਨੀਆ ਦਾ ਵੱਡਾ ਹਿੱਸਾ। ਜੀ ਫਿਰ ਵੀ ਜੇ ਆਪਾਂ ਦੇਖੀਏ ਤਾਂ ਮੀਡੀਆ ਨੂੰ ਆਪਣਾ ਰੋਲ ਅਦਾ ਕਰਨਾ ਪੈਂਦਾ। ਕਈ ਵਾਰੀ ਮੀਡੀਆ, ਜਿਵੇਂ ਅੱਜ ਤੁਹਾਡੀ ਚਰਚਾ ਹੋ ਰਹੀ ਸੀ, ਤੁਸੀਂ ਇੱਕ ਪਾਈ ਸੀ ਪੋਸਟ ਕਿ ਮੀਡੀਆ ਦੇ ਨਾਂ ਥੱਲੇ ਕਈ ਮਤਲਬ ਜਿਹੜੇ ਹੈਗੇ ਉਹ ਦੁਕਾਨਦਾਰਾਂ ਤੇ ਦਬਸ਼ ਦੇਈ ਜਾਂਦੇ, ਰੇਹੜੀਆਂ ਰੂੜੀਆਂ ਵਾਲਿਆਂ ਨੂੰ ਕਹੀ ਜਾਂਦੇ ਵੀ ਦਿਓ ਭਾਈ ਸਾਨੂੰ ਦਸਬੰਧ ਦਿਓ, ਹਾਂਜੀ ਉਹਨਾਂ ਤੋਂ ਕਢਵਾਈ ਜਾਂਦੇ। ਲੇਕਿਨ ਰਿਪੋਰਟਸ ਵਿਦਆਊਟ ਬਾਰਡਰਸ ਜੀ ਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਮੀਡੀਆ ਦੀ ਆਜ਼ਾਦੀ ਬਾਰੇ ਬੜੀ ਸੁਚੇਤ ਹੈ ਜੀ, ਤੇ ਉਹ ਵਕਤਨ ਵਕਤ ਜਿਹੜਾ ਹੈਗਾ ਵੱਖ-ਵੱਖ ਦੇਸ਼ਾਂ ਦਾ ਜਾਇਜ਼ਾ ਲੈਂਦੀ ਹੈ ਕਿ ਉੱਥੇ ਮੀਡੀਆ ਦੀ ਹਾਲਤ ਕੀ ਹੈ। ਉਹਨੇ ਜਿਹੜਾ ਲਿਆ ਜੀ ਜਾਇਜ਼ਾ ਲਿਆ, ਨੰਬਰ 1 ਦੇ ਉੱਤੇ ਜਿਹੜਾ ਮੀਡੀਆ ਦੀ ਆਜ਼ਾਦੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹ ਹੈ ਨਾਰਵੇ 'ਚ। ਅੱਛਾ ਜੀ। ਤੇ ਸਭ ਤੋਂ ਮਾੜੀ ਹੈ ਜੀ ਉੱਤਰੀ ਕੋਰੀਆ 'ਚ। ਸਰਵੇ ਕੀਤਾ 182 ਦੇਸ਼ਾਂ ਦਾ ਜੀ। 182 ਦੇਸ਼ਾਂ ਦੇ ਵਿੱਚੋਂ ਜਿਹੜਾ ਉੱਤਰੀ ਕੋਰੀਆ ਹੈ ਉਹ ਉਹਦਾ 180ਵਾਂ ਨੰਬਰ ਹੈ। ਦੂਜਾ ਫਿਰ ਜੀ ਸਾਡਾ ਭਾਰਤ ਮਹਾਨ ਹੈ ਜੀ। ਭਾਰਤ ਮਹਾਨ 182ਵੇਂ ਦੇ ਵਿੱਚੋਂ 142ਵੇਂ ਨੰਬਰ ਤੇ ਹੈ। ਸਾਥੋਂ ਥੱਲੇ ਮਤਲਬ ਵੀ 38 ਕੀ ਹੈ ਜੀ। ਤੇ ਇਹ ਹਾਲਤ ਹੈ। ਨਾਲ ਅਸੀਂ ਪਾਕਿਸਤਾਨ ਦੇਖੀਏ, ਸਾਡਾ ਭਰਾ ਹੀ ਹੈ ਛੋਟਾ, ਉਹ ਇਸ ਮਾਮਲੇ 'ਚ ਸਾਡੇ ਬਰਾਬਰ ਹੀ ਹੈ, ਅਜਾ ਅਸੀਂ ਉਹਦੇ ਬਰਾਬਰ ਜੀ ਜੀ, ਕਿਉਂਕਿ 142 ਕੀ ਉਹਨਾਂ ਦੇ 182 ਦੇ ਵਿੱਚੋਂ। ਤੇ ਦੁਨੀਆ ਦਾ ਥਾਣੇਦਾਰ ਦੀ ਸਥਿਤੀ ਹੈ ਜੀ 45ਵੀਂ ਜੀ। ਇਹ ਹੁਣ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਸਾਰਾ ਕੁਝ ਉਦੋਂ ਹੈ ਜਦੋਂ ਹਾਲਾਤ ਥੋੜ੍ਹੇ ਬਹੁਤੇ ਨਾਰਮਲ ਸੀ, ਕਿਉਂਕਿ ਜਿਹੜਾ ਇਹਨਾਂ ਨੇ ਇਹ ਸਰਵੇ ਕੀਤਾ ਹੈ ਜੀ, ਇਹ ਤਾਂ ਹੈ ਨਹੀਂ ਵੀ ਸਰਵੇ ਇੱਕੇ ਦਿਨ 'ਚ ਹੋ ਗਿਆ ਹੋਣਾ, ਇਹਦੇ ਤੇ ਟਾਈਮ ਲੱਗਿਆ ਹੋਣਾ। ਤੇ ਨਾਲ ਲੱਗ ਗਿਆ ਜੀ ਕਰੋਨਾ। ਜੀ। ਕਰੋਨਾ ਦੇ ਵਿੱਚ ਤੁਹਾਡੇ ਸਾਰੇ ਜਿਹੜੇ ਸੰਵਿਧਾਨਕ ਹੱਕ ਹਕੂਕ ਉਹ ਆਟੋਮੈਟਿਕਲੀ ਸਸਪੈਂਡ ਹੋ ਜਾਂਦੇ। ਸੋ ਮੀਡੀਆ ਦੀ ਆਜ਼ਾਦੀ ਹੈ ਜਿਹੜੀ ਉਹ ਇੱਕ ਕਿਸਮ ਦੀ ਖਤਰੇ 'ਚ ਪਈ ਹੋਈ ਹੈ। ਖਤਰੇ 'ਚ ਅਸੀਂ ਦੇਖਿਆ ਹੀ ਹੈ ਵੀ ਮੀਡੀਆ ਵਾਲਿਆਂ ਦੇ ਉੱਤੇ ਦਵਿੰਦਰਪਾਲ ਦਾ ਘਟਨਾਕ੍ਰਮ ਆਪਣੇ ਸਾਹਮਣੇ ਹੀ। ਹਾਂਜੀ ਹਾਂਜੀ। ਹਾਲਾਂਕਿ ਪ੍ਰੈਸ ਨੂੰ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਕਿ ਮੀਡੀਆ ਵਾਲੇ ਜਾ ਕੇ ਕੰਮ ਵੀ ਕਰ ਸਕਦੇ ਆ, ਉਹ ਖਬਰਾਂ ਇਕੱਤਰ ਵੀ ਕਰ ਸਕਦੇ ਆ, ਆਪਣੇ ਦਫ਼ਤਰਾਂ 'ਚ ਵੀ ਜਾ ਸਕਦੇ ਆ। ਲੇਕਿਨ ਜਦੋਂ ਦਵਿੰਦਰਪਾਲ ਹੋਰੀ ਜਾ ਰਹੇ ਸੀ ਤੇ ਜਿਵੇਂ ਤੁਸੀਂ ਮੰਨਿਆ ਸੀ, ਆਪਣਾ ਸ਼ਬਦ ਇਸਤੇਮਾਲ ਕੀਤਾ ਸੀ ਕਿ ਪੜ੍ਹੀ ਲਿਖੀ ਪੁਲਿਸ ਦੇ ਥਾਣੇਦਾਰ ਨੇ ਜੀ ਬਦਤਮੀਜ਼ੀ ਕੀਤੀ। ਖੈਰ ਉਹ ਲੱਗੇ ਹੋਏ ਹੈ, ਪਰ ਇਹਦੇ ਤੋਂ ਇੱਕ ਗੱਲ ਸਪਸ਼ਟ ਹੈ ਕਿ ਜਿਹੜਾ ਇਸ ਕਿਸਮ ਦੇ ਹਾਲਾਤ ਹੁੰਦੇ ਉਹ ਹਮੇਸ਼ਾ ਹੀ ਜਿਹੜੀ ਡੈਮੋਕ੍ਰੇਸੀ ਵਾਸਤੇ, ਮੀਡੀਆ ਵਾਸਤੇ ਮਾੜੇ ਹੁੰਦੇ।